श्री राग महला पहला। बनज करो बनजारियो, बखर लेहो समाल। तैसी बस्त बिसाहिਐ, जैसी निभै नाल। अग्गै छाह सुजान है, लैसी बस्त समाल। भाई रे राम कहो चित लाए, हर जस बखर लै चलो। शह देखै पत्याए, रहाओ भाई रे राम कहो चित लाए। हर जस बखर लै चलो, शह देखै पत्याए। रहाओ जिना रास ना सच है, क्यों तिना सुख होए। खोटै बनज वंजियैं, मन तन खोटा होए। फाही फाथे मिर्ग ज्यूं, दुख कन्हो नित रोए। खोटे पोतै ना पवै, तिन हर गुर दर्श न होए। खोटे जात न पत है, खोट न सीजस कोय। खोटे खोट कमावना, आए गया पत खोए। नानक मन समझाइए, गुर कै शब्द सलाह। राम नाम रंग रत्यां, भार न भरम तिनाह। हर जप लाहा अगला, निरभਉ हर मन माहे। हर जप लाहा अगला, निरभਉ हर मन माहे। परम सन्मानयोग गुरु रूप साध संगत जीओ, आओ निता प्रति जो ਆਪਾਂ ਸਾਰੇ ਹੀ ਇੱਕ ਬਾਣੀ ਚੈਨਲ ਦੇ ਰਾਹੀਂ ਆਪਣੇ ਘਰੋਂ ਘਰੀ ਦੇਸ਼ ਵਿਦੇਸ਼ਾਂ ਵਿੱਚ ਬੈਠੇ ਹੋਇਆਂ ਜੋ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸੁਭਾਗ ਸਮਾਂ ਬਖਸ਼ਦੇ ਹਨ। ਆਓ ਅੱਜ ਦੇ ਇਸ ਦੀਵਾਨ ਵਿੱਚ, ਜਿੱਥੇ ਸ਼੍ਰੀ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਇੱਕ ਸ਼ਬਦ ਆਪ ਜੀ ਦੇ ਨਾਲ ਸਾਂਝਾ ਕੀਤਾ, ਆਓ ਇਸ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਸੋ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਕੀਤੀ ਫਤਿਹ ਨਾਲ ਸਾਂਝ ਪਾਈਏ, ਫਿਰ ਵਿਚਾਰਾਂ ਦੀ ਆਰੰਭਤਾ ਕਰਦੇ ਹਾਂ। ਸੋ ਦਿਓ ਅਸੀਸ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੁਨੀਆ ਦੇ ਵਿੱਚ ਆਏ। ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਇਸ ਸੰਸਾਰ ਦੇ ਵਿੱਚ ਜੋ ਧਾਰਮਿਕ ਸਿਸਟਮ ਸੀ, ਧਾਰਮਿਕ ਆਗੂ ਸਨ, ਜੋ ਉਹਨਾਂ ਨੂੰ ਗੁਰੂ ਨਾਨਕ ਬਾਬੇ ਨੇ ਬੜੀ ਬਰੀਕੀ ਦੇ ਨਾਲ ਵਾਚਿਆ। ਸਤਿਗੁਰੂ ਜੀ ਨੇ ਸਮਾਜਿਕ ਸਭ ਕੁਝ ਸਿਸਟਮ ਦੇਖੇ, ਆਰਥਿਕ ਸਿਸਟਮ ਦੇਖੇ, ਰਾਜਨੀਤਿਕ ਸਿਸਟਮ ਦੇਖਿਆ। ਹਰ ਚੀਜ਼ ਨੂੰ ਗੁਰੂ ਨਾਨਕ ਬਾਬੇ ਨੇ ਬੜੀ ਗਹਿਰ ਦੇ ਨਾਲ ਪਰਖਿਆ, ਜਾਣਿਆ। ਔਰ ਉਸ ਦੇ ਵਿੱਚ ਜੋ ਸਭ ਤੋਂ ਵੱਡਾ ਗੁਰੂ ਨਾਨਕ ਬਾਬੇ ਦੇ ਨਿਗਾਹ ਦੇ ਵਿੱਚ ਗੱਲ ਆਈ ਕਿ ਲੋਕ ਆਪੋ ਧਾਪੀ ਵਿੱਚ ਪਏ ਹੋਏ ਸਨ, ਤੇ ਜਿਹੜੇ ਧਰਮ ਦੇ
ਆਪਣੇ ਆਪ ਨੂੰ ਆਗੂ ਕਹਿੰਦੇ ਸਨ, ਅਲੰਬਰਦਾਰ ਕਹਿੰਦੇ ਸਨ, ਕੋਈ ਨਿਆਂ ਦੀ ਕੁਰਸੀ ਤੇ ਬੈਠਾ ਸੀ, ਕੋਈ ਧਾਰਮਿਕ ਰੋਹ ਰੀਤਾਂ ਚਲਾਉਣ ਦਾ ਇੱਕ ਠੇਕਾ ਦੁਨੀਆ ਨਾਲ ਸਾਂਝਾ ਕਰ ਰਿਹਾ ਸੀ, ਤੇ ਕੋਈ ਕਹਿੰਦਾ ਸੀ ਅਸੀਂ ਯੋਗ ਵਾਲਾ ਜੀਵਨ ਬਤੀਤ ਕਰ ਰਹੇ ਹਾਂ। ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਉਹਨਾਂ ਦੇ ਜੀਵਨ ਵੇਖੇ, ਉਹਨਾਂ ਦੇ ਜੀਵਨ ਨੂੰ ਪਰਖਣ ਦੀ ਕੋਸ਼ਿਸ਼ ਕੀਤੀ, ਵੇਖਿਆ, ਪਰਖਿਆ, ਤੇ ਸਤਿਗੁਰੂ ਜੀ ਨੇ ਸੁਭਾਵਕ ਉਹ ਬਚਨ ਅਸੀਂ ਬਾਣੀ ਵਿੱਚ ਪੜ੍ਹਦੇ ਹਾਂ ਕਿ ਜਿਹੜੇ ਨਿਆਂ ਦੀ ਕੁਰਸੀ ਤੇ ਬੈਠੇ ਹੋਏ ਸਨ, ਉਹ ਕਾਦੀ ਜਿਹੜੇ ਸਨ, ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਕਹਿੰਦੇ ਕਾਦੀ ਕੂੜ ਬੋਲ ਮਲ ਖਾਏ। ਉਹ ਜਿਹੜਾ ਕਾਜੀ ਸੀ, ਜਿਹੜਾ ਆਪਣੇ ਆਪ ਨੂੰ ਇਨਸਾਫ ਦੀ ਕੁਰਸੀ ਤੇ ਬੈਠਾ ਕਹਿੰਦਾ ਸੀ ਔਰ ਆਮ ਲੋਕਾਂ ਦੇ ਫੈਸਲੇ ਕਰਦਾ ਸੀ, ਉਹ ਇਨਸਾਫ ਸਹੀ ਢੰਗ ਨਾਲ ਦਸਤੂਰ ਦੇ ਨਾਲ ਨਹੀਂ ਸੀ ਕਰ ਰਿਹਾ। ਇਨਸਾਫ ਕਰਨ ਵੇਲਿਆਂ ਉਹ ਪੱਖਪਾਤ ਕਰਦਾ ਸੀ ਔਰ ਵੱਡੀ ਲੈ ਕੇ ਹੱਕ ਗਵਾਈ, ਕਿਸੇ ਦਾ ਹੱਕ ਦੂਜੇ ਨੂੰ ਦੇਣਾ, ਰਿਸ਼ਵਤ ਖੋਰ ਬਣਿਆ ਪਿਆ ਸੀ। ਸਤਿਗੁਰੂ ਜੀ ਕਹਿਣ ਲੱਗੇ ਇਹ ਆਪਣੀ ਕੁਰਸੀ ਦੇ ਨਾਲ ਇਨਸਾਫ ਨਹੀਂ ਕਰ ਰਿਹਾ, ਇਹ ਆਪਣੇ ਕਰਮ ਨਾਲ ਇਨਸਾਫ ਨਹੀਂ ਕਰ ਰਿਹਾ। ਸਤਿਗੁਰੂ ਜੀ ਨੇ ਉਸ ਦਾ ਜੀਵਨ ਵੇਖਿਆ। ਫਿਰ ਦੂਸਰੇ ਨੰਬਰ ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਉਸ ਵਿਅਕਤੀ ਨੂੰ ਵੇਖਿਆ ਜਿਹੜਾ ਧਰਮ ਦੇ ਨਾਂ ਦੇ ਉੱਤੇ ਦੁਨੀਆ ਦੇ ਲੋਕਾਂ ਨੂੰ ਕੁਰਾਹੇ ਪਾਈ ਜਾ ਰਿਹਾ ਸੀ। ਸਤਿਗੁਰੂ ਜੀ ਨੇ ਉਸ ਦਾ ਜੀਵਨ ਵੇਖ ਕੇ ਇਹ ਗੱਲ ਆਖੀ, ਬ੍ਰਾਹਮਣ ਨਾਵੈ ਜੀਆਂ ਘਾਈ। ਜਿਹੜਾ ਬ੍ਰਾਹਮਣ ਹੈ ਉਹ ਜੀਵਾਂ ਦਾ ਘਾਣ ਕਰ ਰਿਹਾ ਹੈ, ਕਿਉਂਕਿ ਆਮ ਤੌਰ ਦੇ ਉੱਤੇ ਧਰਮ ਦੀ ਜਿਹੜੀ ਪਰਿਭਾਸ਼ਾ ਦੁਨੀਆ ਨੂੰ ਉਹ ਦੱਸਦਾ ਸੀ, ਉਹਦੇ ਵਿੱਚੋਂ ਉਹ ਅਸਲ ਗਿਆਨ ਨੂੰ ਪਿੱਛੇ ਰੱਖ ਕੇ ਆਪਣੇ ਆਪ ਨੂੰ ਮੁੱਖ ਰੱਖ ਕੇ ਦੱਸ ਰਿਹਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਦੇ ਜੀਵਨ ਨੂੰ ਵੇਖਿਆ, ਕਿਉਂਕਿ ਬਾਣੀ ਦੇ ਵਿੱਚ ਅਸੀਂ ਪੜ੍ਹਦੇ ਹਾਂ, ਬੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਨਾ ਤੇ ਕੋਈ ਬੇਦ ਝੂਠੇ ਨੇ, ਨਾ ਕਤੇਬ ਝੂਠੀ ਹੈ, ਪਰ ਝੂਠ ਕੌਣ ਬੋਲ ਰਿਹਾ? ਜਿਹੜਾ ਉਹਨਾਂ ਦੀ ਵਿਚਾਰ ਨਹੀਂ ਕਰਦਾ, ਜਿਹੜਾ ਉਹਨਾਂ ਦੀ ਵਰਤੋਂ ਕਰਕੇ ਤੇ ਆਪਣਾ ਇੱਕ ਸਿਸਟਮ ਚਲਾਉਣ ਦਾ ਯਤਨ ਕਰਦਾ ਹੈ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਇਹ ਮਨੁੱਖ ਜਿਹੜੇ ਹਨ ਇਹ ਜੀਵਾਂ ਦਾ ਘਾਣ ਕਰ ਰਿਹਾ ਹੈ, ਜੀਵਾਂ ਨੂੰ ਕੁਰਾਹੇ ਪਾ ਰਹੇ ਨੇ, ਮਾੜੇ ਪਾਸੇ ਲੈ ਕੇ ਜਾ ਰਹੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜੋਗੀਆਂ ਦੇ ਨਾਲ ਵਿਚਾਰ ਵਟਾਂਦਰੇ ਵੀ ਕੀਤੇ, ਵਿਚਾਰ ਚਰਚਾ ਵੀ ਕੀਤੀ, ਗੋਸ਼ਟੀਆਂ ਵੀ ਕੀਤੀਆਂ। ਜਿਸ ਵੇਲੇ ਉਹਨਾਂ ਦਾ ਜੀਵਨ ਵੇਖਿਆ, ਉਹਨਾਂ ਦੀ ਵਿਚਾਰਧਾਰਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਹਿਲੀ ਗੱਲ ਤਾਂ ਇਹ ਆਖੀ ਕਿ ਭਾਈ ਗੱਲੀ ਜੋਗ ਨਾ ਹੋਈ, ਕੇਵਲ ਗੱਲਾਂ ਦੇ ਨਾਲ ਮਿਲਾਪ ਨਹੀਂ ਤੁਹਾਡਾ ਹੋਣਾ। ਏਕ ਦ੍ਰਿਸ਼ਟ ਕਰ ਸੰਸਰ ਦੇਖੇ ਜੋਗੀ ਕਹੀਏ ਸੋਈ। ਜੋਗੀ ਦੀ ਤਾਂ ਪਰਿਭਾਸ਼ਾ ਹੀ ਗੁਰੂ ਨਾਨਕ ਬਾਬੇ ਕਹਿੰਦੇ ਕੁਝ ਹੋਰ ਹੋਣੀ ਚਾਹੀਦੀ ਸੀ, ਪਰ ਤੁਸੀਂ ਕੀ ਕਰ ਰਹੇ ਹੋ? ਤੁਸੀਂ ਭੇਖ ਨੂੰ ਹੀ ਸਭ ਕੁਝ ਸਮਝੀ ਜਾ ਰਹੇ ਹੋ। ਘਰ-ਬਾਰ ਛੱਡ ਦੇਣਾ, ਜਿਹੜਾ ਪਰਿਵਾਰ ਤੁਸੀਂ ਪੈਦਾ ਕੀਤੇ, ਜਿਹੜੇ ਪਰਿਵਾਰ ਤੁਹਾਡੇ ਸਨ, ਛੱਡ ਛਡਾ ਕੇ ਤੁਸੀਂ ਜੋਗੀ ਬਣ ਗਏ। ਹੁਣ ਤੁਸੀਂ ਆਪਣੇ ਪੰਥ ਚਲਾ ਲਏ ਔਰ ਕਹਿੰਦੇ ਹੋ ਕਿ ਦੁਨੀਆ ਦੇ ਲੋਕ ਬੜੇ ਘ੍ਰਿਣਤ ਹਨ, ਬੜੇ ਮਾੜੇ ਹਨ, ਉਹਨਾਂ ਦੇ ਕੋਲੋਂ ਜਾ ਕੇ ਤੁਸੀਂ ਮੰਗ ਕੇ ਖਾਂਦੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਤੈਨੂੰ ਜੀਵਨ ਜੀਣ ਦੀ ਜੁਗਤ ਨਹੀਂ ਆ ਰਹੀ ਭਲਿਆ, ਜੋਗੀ ਜੁਗਤ ਨਾ ਜਾਣੈ ਅੰਧ। ਕਹਿੰਦੇ ਜੋਗੀ ਨੂੰ ਜੁਗਤ ਹੀ ਨਹੀਂ ਆਈ ਜ਼ਿੰਦਗੀ ਜੀਣ ਦੀ, ਤਰੀਕਾ ਹੀ ਨਹੀਂ ਪਤਾ ਲੱਗ ਸਕਿਆ ਕਿ ਮੈਂ ਸੰਸਾਰ ਦੇ ਵਿੱਚ ਜੀਵਨ ਜੀਣਾ ਕਿਵੇਂ ਹੈ। ਸਾਧ ਸੰਗਤ ਜੀ, ਬੜੇ ਕੀਮਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਨਾਲ ਆਪਣੇ ਜੀਵਨ ਦੀਆਂ ਵਿਚਾਰਾਂ, ਬਾਣੀ ਦੇ ਸਾਨੂੰ ਸਤਿਗੁਰੂ ਜੀ ਨੇ ਪੱਖ ਸਾਂਝੇ ਕੀਤੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੁਨੀਆ ਦੇ ਲੋਕਾਂ ਨੂੰ ਜ਼ਿੰਦਗੀ ਜੀਣ ਦਾ ਇੱਕ ਤਰੀਕਾ ਦੱਸਦੇ ਨੇ। ਰੱਬ ਦੀ ਪ੍ਰਾਪਤੀ ਗੁਰੂ ਨਾਨਕ ਬਾਬਾ ਦੁਨੀਆ ਨਾਲ ਸਾਂਝੀ ਕਰਦੇ ਨੇ ਕਿ ਭਲਿਆ ਰੱਬ ਜਿਹੜਾ ਤੂੰ ਬਾਹਰ ਲੱਭਣ ਦੀ ਕੋਸ਼ਿਸ਼ ਕਰਦਾ, ਉਹ ਤੇਰੇ ਅੰਦਰ, ਤੇਰੇ ਆਪਣੇ ਆਪ 'ਚ ਬੈਠਾ ਹੋਇਆ ਹੈ। ਸਤਿਗੁਰੂ ਜੀ ਨੇ ਤਿੰਨਾਂ ਦਾ ਜੀਵਨ ਵੇਖਿਆ, ਤਿੰਨਾਂ ਦੀ ਇਸ ਵਿਚਾਰ ਨੂੰ ਜਦੋਂ ਗੁਰੂ ਨਾਨਕ ਬਾਬੇ ਨੇ ਸਮਝਿਆ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿਣਾ ਪਿਆ, ਤਿੰਨੇ ਉਜਾੜੇ ਕਾ ਬੰਦ। ਅਸਲ ਕਹਿੰਦੇ ਕਿ ਇਹ ਜਿਹੜੇ ਲੋਕ ਹਨ, ਅਸਲ ਦੇ ਵਿੱਚ ਪੁਆੜੇ ਦੀ ਜੜ ਵੀ ਹਨ ਔਰ ਧਰਮ ਤੋਂ ਦੁਨੀਆ ਦੇ ਲੋਕਾਂ ਨੂੰ ਆਕੀ ਕਰ ਰਹੇ ਹਨ, ਕੁਰਾਹੇ ਪਾਉਣ ਵਾਲੇ ਇਹ ਲੋਕ ਹਨ। ਸਤਿਗੁਰੂ ਜੀ ਨੇ ਉਹਨਾਂ ਲੋਕਾਂ ਦੇ ਨਾਲ ਜਦੋਂ ਵਿਚਾਰਾਂ ਕੀਤੀਆਂ, ਵਟਾਂਦਰੇ ਹੋਏ, ਤੇ ਗੁਰੂ ਬਾਬੇ ਦਾ ਇਹ ਜੋ ਫਰਮਾਨ ਸੀ ਉਹ ਆਪ ਨਾਲ ਸਾਂਝਾ ਕੀਤਾ। ਕਿਉਂਕਿ ਦੁਨੀਆ ਦਾ, ਸਮਾਜ ਦੀ ਜਦੋਂ ਹਾਲਤ ਵੇਖੀ ਗੁਰੂ ਨਾਨਕ ਬਾਬੇ ਨੇ, ਤੇ ਸਤਿਗੁਰੂ ਜੀ ਕਹਿੰਦੇ ਹਾਂ ਭਾਲ ਬਿਕੁੰਨੀ ਹੋਈ, ਅੰਧੇਰੇ ਰਾਹ ਨਾ ਕੋਈ। ਕਹਿੰਦੇ ਬੜਾ ਵਿਆਕੁਲ ਹਾਂ ਮੈਂ, ਬੜਾ
ਅੰਦਰੋਂ ਅੰਦਰ ਮੇਰੀ ਇੱਕ ਪਰੇਸ਼ਾਨੀ ਦਾ ਕਾਰਨ ਬਣਦਾ ਹੈ ਕਿ ਦੁਨੀਆ ਦੇ ਲੋਕ ਅੰਧੇਰੇ ਰਾਹ ਵਿੱਚ ਚੱਲ ਰਹੇ ਨੇ, ਇਹਨਾਂ ਦੇ ਜੀਵਨ ਦੇ ਵਿੱਚ ਉਜਾਲਾ ਨਜ਼ਰ ਨਹੀਂ ਆ ਰਿਹਾ, ਅੰਨੇ ਰਸਤੇ ਉੱਤੇ ਚੱਲੀ ਜਾ ਰਹੇ ਹਨ। ਕੀ ਬਣੇਗਾ ਇਹਨਾਂ ਦਾ? ਕਹੋ ਨਾਨਕ ਕਿਨ ਵਿਧ ਗਤ ਹੋਈ। ਕਿਸ ਤਰੀਕੇ ਦੇ ਨਾਲ ਇਹ ਸੰਸਾਰ ਸਾਗਰ ਤੋਂ ਛੁੱਟਣਗੇ, ਇਸ ਭਵ ਸਾਗਰ ਨੂੰ ਪਾਰ ਕਰਨਗੇ? ਇਹ ਤੇ ਇਹਦੇ ਵਿੱਚ ਹੀ ਫਸੀ ਜਾ ਰਹੇ, ਹਨੇਰੇ ਵਿੱਚ ਤੇ ਇਹ ਚੱਲੀ ਜਾ ਰਹੇ, ਟੱਕਰਾਂ ਮਾਰ ਰਹੇ ਨੇ। ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਸ ਵੇਲੇ ਇਹ ਵਿਚਾਰਾਂ ਸਾਂਝੀਆਂ ਕਰਦੇ ਨੇ ਤੇ ਦੁਨੀਆ ਦੇ ਲੋਕਾਂ ਨੂੰ ਇੱਕ ਗੱਲ ਦੱਸਦੇ ਨੇ, ਕਹਿਣ ਲੱਗੇ ਭਲਿਆ ਅਸਲ ਦੇ ਵਿੱਚ ਜੇ ਰੱਬ ਪਰਮਾਤਮਾ ਪਰਮੇਸ਼ਵਰ ਦਾ ਨਾਮ ਜਪਣਾ ਤੇ ਉਸਦੇ ਗੁਣਾਂ ਨੂੰ ਮੁੱਖ ਰੱਖ ਕੇ ਜਪੀ। ਉਸ ਰੱਬ ਪਰਮਾਤਮਾ ਪਰਮੇਸ਼ਵਰ ਦੀ ਜੋ ਪਰਿਭਾਸ਼ਾ, ਜੋ ਡੈਫੀਨੇਸ਼ਨ, ਜਿਹਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਰਸ ਵਿਆਪਕ ਉਸ ਰੱਬ ਵਾਸਤੇ ਕਹਿਆ, ਇੱਕ ਓਂਕਾਰ। ਜਦੋਂ ਅਸੀਂ ਇਸ ਦੀ ਵਿਆਖਿਆ ਪੜ੍ਹਦੇ ਹਾਂ, ਜਿੱਥੇ ਉਹ ਇਸ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਆਪ ਇੱਕ ਹੈ, ਇਸ ਦੀ ਪਾਲਣਾ ਪੋਸ਼ਣਾ ਕਰਨ ਵਾਲਾ ਆਪ ਇੱਕ ਹੈ, ਜਿੱਥੇ ਇਸ ਦੀ ਪਰਲੋ ਕਰਨ ਵਾਲਾ ਵੀ ਉਹ ਆਪ ਇੱਕ ਹੈ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਉਹ ਕਾਰ ਲਾ ਕੇ ਇਹ ਗੱਲ ਵੀ ਸਾਡੇ ਨਾਲ ਸਾਂਝੀ ਕਰਦੇ ਨੇ ਕਿ ਉਹ ਇੱਕ ਰਸ ਵਿਆਪਕ ਹੈ। ਜ਼ਰਰੇ ਜ਼ਰਰੇ ਦੇ ਵਿੱਚ ਰੱਬ ਪਰਮਾਤਮਾ ਪਰਮੇਸ਼ਵਰ ਵਿਆਪਕ ਹੈ, ਬੰਨ ਤਿੰਨ ਪਰਬਤ ਹੈ ਪਾਰ ਬ੍ਰਹਮ। ਹਰ ਜਗ੍ਹਾ ਉਹ ਪਰਮਾਤਮਾ ਪਰਮੇਸ਼ਵਰ ਦੀ ਉਪਸਥਿਤੀ ਹੈ। ਉਹ ਕਿਤੇ ਤੇਰੇ ਤੋਂ ਵੱਖ ਨਹੀਂ ਹੈ ਭਲਿਆ, ਉਹ ਤੇਰੇ ਵਿੱਚ ਹੀ ਤੇ ਸਮੋਇਆ ਹੋਇਆ ਹੈ। ਉਹਦੇ ਰਹਿਣ ਦਾ ਥਾਂ, ਉਹਦੇ ਰਹਿਣ ਦਾ ਠਿਕਾਣਾ ਤੇਰਾ ਆਪਣਾ ਘਰ ਹੈ, ਤੇਰੇ ਆਪਣਾ ਅੰਦਰ ਹੈ। ਔਰ ਆਮ ਤੌਰ ਦੇ ਉੱਤੇ ਬੰਦਾ ਪਤਾ ਕੀ ਕਰਦਾ, ਜੀਵਨ ਦੇ ਵਿੱਚ ਵਿਕਾਰਾਂ ਨੂੰ ਬਹੁਤ ਵੱਡੀ ਜਗ੍ਹਾ ਦੇ ਦਿੰਦਾ ਹੈ। ਰੱਬ ਵਾਸਤੇ ਅਸੀਂ ਜਗ੍ਹਾ ਹੀ ਨਹੀਂ ਬਣਾਈ। ਇੱਥੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਇੰਨੇ ਕੁ ਰਸ ਅਸੀਂ ਜੀਵਨ ਦੇ ਵਿੱਚ ਪਾਲ ਲੈਂਦੇ ਹਾਂ ਨਾ, ਇਤਨੇ ਰਸ ਪਾਲੇ ਕਿ ਜੀਵਨ ਦੇ ਵਿੱਚ ਇਸ ਗੱਲ ਦਾ ਗਿਆਨ ਹੀ ਭੁੱਲ ਗਿਆ, ਪਤਾ ਹੀ ਨਹੀਂ ਰਿਹਾ, ਚੇਤਾ ਹੀ ਨਹੀਂ ਰਹਿੰਦਾ ਕਿ ਨਾਮ ਨੂੰ ਵੀ ਕਿਤੇ ਜਗ੍ਹਾ ਦੇਣੀ ਸੀ, ਨਾਮ ਨੂੰ ਵੀ, ਸਿਮਰਨ ਨੂੰ ਵੀ ਕਿਤੇ ਜਗ੍ਹਾ ਦੇਣੀ ਸੀ। ਰਸਾਂ ਕਸਾਂ ਦੇ ਵਿੱਚ ਹੀ ਜੀਵਨ ਬਤੀਤ ਕਰਨ ਵਾਲਿਆ, ਸਤਿਗੁਰੂ ਜੀ ਨੇ ਤੈਨੂੰ ਬੜੇ ਪਿਆਰ ਦੇ ਨਾਲ, ਬੜੇ ਸਹਿਜ ਦੇ ਨਾਲ ਇਹ ਸਮਝਾਉਣ ਦਾ ਯਤਨ ਕੀਤਾ। ਇੱਕ ਗਾਥਾ ਚੇਤੇ ਆਈ, ਮੈਂ ਸਾਂਝੀ ਕਰਦਾ ਜਾਵਾਂ ਆਪ ਜੀ ਦੇ ਨਾਲ। ਇੱਕ ਬੰਦਾ ਰੋਜ਼, ਯੂਨਾਨ ਦੇ ਇੱਕ ਕਹਾਣੀਕਾਰ ਨੇ ਇੱਕ ਗਾਥਾ ਲਿਖੀ ਸੀ ਤੇ ਬੜੇ ਲੰਬਾ ਸਮਾਂ ਪਹਿਲਾਂ ਮੈਂ ਪੜ੍ਹੀ ਵੀ ਸੀ ਔਰ ਮਸਕੀਨ ਰਾਹੀਂ ਸੁਣੀ ਵੀ ਸੀ। ਉਹ ਕਹਿੰਦੇ ਨੇ ਕਿ ਜਿਸ ਵੇਲੇ ਇੱਕ ਬੰਦਾ ਰੋਜ਼ ਖੁਦਾ ਦੇ ਦਰ ਦੇ ਉੱਤੇ ਜਾ ਕੇ ਰੋਜ਼ ਉਸ ਖੁਦਾ ਦੇ ਅੱਗੇ ਦੁਆ ਕਰਦਾ ਹੈ, ਅਰਦਾਸ ਕਰਦਾ ਹੈ, ਪ੍ਰਾਰਥਨਾ ਕਰਦਾ ਹੈ, ਪ੍ਰੇਅਰ ਕਰਦਾ ਹੈ ਕਿ ਹੇ ਖੁਦਾ ਤੂੰ ਚੱਲ ਮੇਰੇ ਨਾਲ, ਮੇਰੇ ਘਰ ਚੱਲ। ਰੋਜ਼ ਨਿਤਾ ਪ੍ਰਤੀ ਇਹ ਅਰਦਾਸ, ਇਹ ਦੁਆ ਕਰਦਾ ਹੈ ਕਿ ਚੱਲ ਖੁਦਾ ਮੇਰੇ ਨਾਲ, ਮੇਰੇ ਘਰ ਚੱਲ। ਤੇ ਕਹਿੰਦੇ ਨੇ ਕਿ ਇੱਕ ਦਿਨ ਖੁਦਾ ਬੜਾ ਖੁਸ਼ ਹੋਇਆ, ਪ੍ਰਸੰਨ ਹੋਇਆ ਤੇ ਅੱਜ ਪ੍ਰਗਟ ਹੋ ਕੇ ਕਹਿਣ ਲੱਗਾ, ਚੱਲ ਪੁਰਖਾ ਤੂੰ ਰੋਜ਼ ਕਹਿਣਾ ਤੇਰੇ ਨਾਲ, ਮੇਰੇ ਘਰ ਚੱਲ, ਤੇ ਚੱਲ ਮੈਂ ਅੱਜ ਤੇਰੇ ਨਾਲ ਤੇਰੇ ਘਰ ਚੱਲਣਾ। ਤੇ ਉਹ ਲਿਖਣ ਬਾਰੇ ਨੇ ਬੜਾ ਖੂਬਸੂਰਤ ਲਿਖਿਆ, ਕਹਿੰਦਾ ਕਿ ਜਦੋਂ ਉਹ ਰੋਡ ਦੇ ਉੱਤੇ, ਸੜਕ ਦੇ ਉੱਤੇ ਚੱਲ ਰਹੇ ਸਨ, ਪਗਡੰਡੀ ਦੇ ਉੱਤੇ ਚੱਲ ਰਹੇ ਸਨ, ਆਪਣੇ ਘਰ ਦੀ ਤਰਫ ਵੱਧ ਰਹੇ ਸਨ, ਤੇ ਕਹਿੰਦੇ ਕਿ ਜਿਹੜਾ ਬੰਦਾ ਰੋਜ਼ ਦੁਆ ਕਰਦਾ ਸੀ ਉਹ ਇਤਨਾ ਖੁਸ਼ੀ ਵਿੱਚ ਸੀ, ਇਤਨਾ ਖੁਸ਼ੀ ਵਿੱਚ ਸੀ ਕਿ ਅੱਜ ਉਹ ਬੰਦਾ ਕਹਿੰਦਾ ਮੇਰੇ ਜ਼ਮੀਨ ਤੇ ਪੈਰ ਨਹੀਂ ਲੱਗ ਰਹੇ ਸਨ, ਕਿਉਂਕਿ ਮੈਂ ਜਿਸ ਖੁਦਾ ਦੇ ਕੋਲੋਂ, ਜਿਸ ਖੁਦਾ ਨੂੰ ਮੈਂ ਰੋਜ਼ ਦੁਆ ਵਿੱਚ ਕਹਿੰਦਾ ਸੀ ਆ ਮੇਰੇ ਨਾਲ ਮੇਰੇ ਘਰ ਚੱਲ, ਉਹ ਖੁਦਾ ਮੇਰੇ ਨਾਲ ਤੁਰ ਰਿਹਾ ਸੀ। ਸੰਗਤ ਜੀ, ਵੈਸੇ ਮੈਂ ਇੱਥੇ ਇੱਕ ਗੱਲ ਸਾਂਝੀ ਕਰਾਂ। ਆਮ ਦਾਸ ਇਹ ਬੇਨਤੀ ਵੀ ਕਰਿਆ ਕਰਦਾ, ਸੰਗਤ ਨਾਲ ਸਾਂਝ ਪਾਉਂਦੇ ਹਾਂ ਅਸੀਂ, ਬੰਦੇ ਨੇ ਨਾ ਰੱਬ ਨੂੰ ਆਪਣੇ ਤੋਂ ਦੂਰ ਰੱਖਣ ਦੇ ਬੜੇ ਸੋਹਣੇ ਸੋਹਣੇ ਪ੍ਰਬੰਧ ਕੀਤੇ ਨੇ। ਮਾਫ ਕਰਿਓ, ਗੱਲ ਜਿਹੜੀ ਕਹਿਣ ਲੱਗਾ ਮੈਂ, ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਅਸੀਂ ਕੋਸ਼ਿਸ਼ ਕਰਨੇ ਆ ਕਿ ਰੱਬ ਜਿਹੜਾ ਪਰਮਾਤਮਾ ਪਰਮੇਸ਼ਵਰ ਹੈ, ਇਹ ਮੰਦਿਰ ਵਿੱਚ ਤੇ ਰਹੇ, ਇਹ ਗੁਰਦੁਆਰੇ ਵਿੱਚ ਤੇ ਰਹੇ, ਇਹ ਮਸੀਤ ਵਿੱਚ ਤੇ ਰਹੇ, ਇਹ ਨਾ ਮੇਰੇ ਘਰ ਰਹੇ ਤੇ ਨਾ ਮੇਰੇ ਅੰਦਰ ਰਹੇ। ਕਿਉਂਕਿ ਜਦੋਂ ਮੰਦਿਰ ਵਿੱਚ, ਗੁਰਦੁਆਰੇ ਵਿੱਚ, ਮਸੀਤ ਵਿੱਚ, ਕਿਸੇ ਧਰਮ ਸਥਾਨ ਦੇ ਉੱਤੇ ਅਸੀਂ ਰੱਬ ਨੂੰ ਮੰਨ ਲਿਆ ਨਾ, ਤੇ ਫਿਰ ਕੀ ਹੁੰਦਾ, ਫਿਰ ਅਸੀਂ ਕਹਿੰਦੇ ਆ ਕਿ ਠੀਕ ਹੈ ਬਾਬਾ, ਜਦੋਂ ਮੇਰਾ ਮਨ ਕਰੇਗਾ ਮੈਂ ਤੇਰੇ ਦਰਸ਼ਨਾਂ ਨੂੰ ਆਵਾਂਗਾ, ਹੇ ਪ੍ਰਮਾਤਮਾ ਤੈਨੂੰ ਮੈਂ ਚੇਤੇ ਕਰਾਂਗਾ, ਤੇਰੇ ਦਰਸ਼ਨਾਂ ਨੂੰ ਆਵਾਂਗਾ, ਖੂਬ ਸਾਰੀਆਂ ਭੇਟਾਵਾਂ ਵੀ ਲੈ ਕੇ ਆਵਾਂਗਾ। ਤੇ ਜਿਸ ਵੇਲੇ ਰੱਬ ਨੂੰ ਅਸੀਂ ਆਪਣੇ ਅੰਦਰ, ਆਪਣੇ ਨਾਲ ਸਮਝਾਂਗੇ ਨਾ, ਤੇ ਫਿਰ ਕੀ ਹੋਣਾ, ਫਿਰ ਮੇਰੀ ਮਰਜ਼ੀ ਨਹੀਂ ਚੱਲਣੀ। ਫਿਰ ਮੈਂ ਤੇ ਜ਼ਿੰਦਗੀ ਵਿੱਚ ਜਿਹੜੇ ਕਰਮ ਕਰਦਾ ਹਾਂ ਉਹ ਤੇ ਮੈਨੂੰ ਰੱਬ ਨੇ ਰੋਕਣੇ ਹਨ ਬਾਰ-ਬਾਰ, ਕਿਉਂਕਿ ਰੱਬ ਜਿਹੜਾ ਸਰੂਪ ਹੈ ਉਸਦਾ ਉਹ ਗੁਣਾ ਰੂਪ ਹੈ। ਉਹ ਗੁਣ ਸਾਡੇ ਅੰਦਰ ਹੋਣਗੇ, ਰੱਬ ਸਾਡੇ ਅੰਦਰ ਬੈਠਾ ਹੈ। ਹੁਣ ਜਿਸ ਵੇਲੇ ਮੇਰੇ ਕਰਮ ਹੋਣੇ ਨੇ, ਜਦੋਂ ਮੈਂ ਕਰਮ ਕਰਾਂਗਾ
ਤੇ ਜੇ ਰੱਬ ਮੇਰੇ ਅੰਦਰ, ਮੇਰੀ ਨਿਗਾਹ ਵਿੱਚ, ਮੇਰੀ ਸੁਰਤ ਵਿੱਚ ਪਰਮਾਤਮਾ ਬੈਠਾ ਹੋਵੇਗਾ ਨਾ, ਤੇ ਮੈਂ ਉਸਦੀ ਵਰਤੋਂ ਕਰਾਂਗਾ, ਉਹਨਾਂ ਗੁਣਾਂ ਦੀ ਵਰਤੋਂ ਕਰਾਂਗਾ। ਰੱਬ ਭੁੱਲ ਕੇ ਹੀ ਮਨੁੱਖ ਆਪਣੇ ਜੀਵਨ ਦੇ ਵਿੱਚ ਕੁਕਰਮ ਵੀ ਕਰਦਾ ਹੈ, ਮਾੜੇ ਕੰਮ ਵੀ ਕਰਦਾ ਹੈ, ਔਰ ਜੀਵਨ ਦੇ ਮਾੜੇ ਕਰਮ ਵੀ ਕਮਾਉਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਸਾਨੂੰ ਸਮਝਾਉਣ ਦਾ ਯਤਨ ਕੀਤਾ ਕਿ ਭਾਈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਹਮੇਸ਼ਾ ਉਸ ਨੂੰ ਨਾਲ ਸਮਝੀ, ਰੱਬ ਹਮੇਸ਼ਾ ਹੀ ਤੇਰੇ ਨਾਲ ਹੈ। ਅੱਜ ਉਹ ਬੰਦਾ ਜਿਹਦੀ ਮੈਂ ਗਾਥਾ ਸਾਂਝੀ ਕਰ ਰਿਹਾ ਹਾਂ, ਉਹ ਚੱਲ ਰਿਹਾ ਰੋਡ ਦੇ ਉੱਤੇ ਤੇ ਕਹਿੰਦਾ ਕਿ ਮੇਰੇ ਪੈਰ ਜ਼ਮੀਨ ਤੇ ਨਹੀਂ ਲੱਗ ਰਹੇ, ਕਿਉਂਕਿ ਮੇਰੇ ਨਾਲ ਮੇਰਾ ਖੁਦਾ ਚੱਲ ਰਿਹਾ ਸੀ। ਤੇ ਜਿਸ ਵੇਲੇ ਕਹਿੰਦੇ ਦੋਵੇਂ ਜਣੇ ਉਹ ਘਰ ਪਹੁੰਚੇ ਨਾ ਉਸਦੇ, ਤੇ ਘਰ ਦੇ ਬਾਹਰ ਦੇ ਮੁੱਖ ਦਵਾਰ ਤੇ ਖੜਾ ਹੋ ਕੇ ਖੁਦਾ ਕਹਿਣ ਲੱਗਾ, ਜਾ ਪੁਰਖਾ, ਜਿੱਥੇ ਤੂੰ ਸਾਨੂੰ ਬਿਠਾਉਣਾ, ਜਾਂ ਵੇਖ ਉਹ ਸਿੰਘਾਸਨ ਸਾਫ਼ ਸੁਥਰਾ ਵੀ ਹੈ ਕਿ ਨਹੀਂ। ਉਸ ਬੰਦੇ ਨੇ ਜਦੋਂ ਜਾ ਕੇ ਤੇ ਅੰਦਰ ਆਪਣਾ ਉਹ ਦਰਵਾਜ਼ਾ ਖੋਲਿਆ, ਕਵਾੜ ਖੋਲਿਆ, ਤੇ ਜਦੋਂ ਕਵਾੜ ਖੋਲ ਕੇ ਅੰਦਰ ਦਰਵਾਜ਼ਾ ਖੋਲ ਕੇ ਵੇਖਿਆ, ਤੇ ਉਹ ਜਿਹੜਾ ਪਲੰਗਾ ਸੀ, ਜਿਹੜਾ ਖੁਦਾ ਵਾਸਤੇ ਉਸਨੇ ਰੱਖਿਆ ਸੀ ਨਾ, ਉਸ ਪਲੰਗੇ ਦੇ ਉੱਤੇ ਇੱਕ ਚੰਡਾਲ ਚੌਂਕੜੀ ਉੱਤੇ ਬੈਠੀ ਹੋਈ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਰੂਪੀ ਉਹ ਚੰਡਾਲ ਚੌਂਕੜੀ ਉਸ ਤੇ ਬੈਠੀ ਹੈ। ਤੇ ਬੰਦਾ ਉਹਨਾਂ ਨੂੰ ਕਹਿਣ ਲੱਗਾ, ਚਲੋ ਭਾਈ ਉੱਠੋ ਤੇ ਇਸ ਘਰ ਨੂੰ, ਇਸ ਸਿੰਘਾਸਨ ਨੂੰ ਖਾਲੀ ਕਰੋ, ਅਸਲ ਦੇ ਵਿੱਚ ਇਹਦਾ ਜਿਹੜਾ ਮਾਲਕ ਸੀ ਉਹ ਆ ਗਿਆ ਹੈ। ਤੇ ਅੱਗੋਂ ਉਹ ਪੰਜੋਂ ਇੱਕ ਜਵਾਨ ਹੋ ਕੇ ਬੋਲੇ, ਕਹਿਣ ਲੱਗੇ, ਉਹ ਅੱਜ ਆਇਆ ਹੈ ਜਿਹੜਾ ਜਿਸ ਨੂੰ ਤੂੰ ਇਸ ਦਾ ਮਾਲਕ ਕਹਿੰਦਾ, ਉਹ ਅੱਜ ਆਇਆ ਹੈ। ਅਸੀਂ ਤੇ ਇੱਥੇ ਜਨਮ ਜਨਮਾਂਤਰ ਤੋਂ ਡੇਰੇ ਲਾ ਕੇ ਬੈਠੇ ਹੋਏ ਹਾਂ, ਇਸ ਮਨ ਕੋ ਮਲ ਲਾਗੀ ਕਾਲਾ ਹੁਆ ਸਿਆ। ਅਸੀਂ ਨਹੀਂ ਖਾਲੀ ਕਰਦੇ, ਸਾਡਾ ਕਬਜ਼ਾ ਹੈ ਇਹਦੇ ਉੱਤੇ, ਅਸੀਂ ਇਹ ਮੱਲ ਕੇ ਬੈਠੇ ਹਾਂ, ਸਾਡਾ ਘਰ ਹੈ ਇਹ। ਕਿਉਂਕਿ ਬੰਦੇ ਨੇ ਆਪਣੇ ਅੰਦਰ ਰਸਾਂ ਨੂੰ ਇਤਨੀ ਜਗ੍ਹਾ ਦੇ ਦਿੱਤੀ ਕਿ ਵਿਕਾਰ ਆਟੋਮੈਟਿਕਲੀ ਹੀ ਇਸ ਦੇ ਅੰਦਰ ਆ ਕੇ ਭਾਰੀ ਹੋ ਗਏ ਬੈਠ ਕੇ। ਰੱਬ ਵਾਸਤੇ, ਸਿਮਰਨ ਵਾਸਤੇ, ਨਾਮ ਵਾਸਤੇ ਅਸੀਂ ਜਗ੍ਹਾ ਹੀ ਨਹੀਂ ਰੱਖੀ। ਉਹ ਬੰਦਾ ਇੱਕ ਇੱਕ ਨੂੰ ਵੱਖਰਾ ਵੱਖਰਾ ਕਰਕੇ ਤਰਲੇ ਕੱਢਣ ਲੱਗਾ ਕਿ ਬਾਹਰ ਨਿਕਲੋ, ਕਦੇ ਉਹਦੇ ਨਾਲ ਲੜਦਾ ਹੈ, ਕਦੇ ਝਗੜਦਾ ਹੈ, ਇੱਕ ਨੂੰ ਛੱਡ ਕੇ ਆਂਦਾ ਬਾਹਰ ਦੂਜਾ ਆ ਜਾਂਦਾ, ਦੂਜੇ ਨੂੰ ਛੱਡ ਕੇ ਆਂਦਾ ਤੀਜਾ ਆ ਜਾਂਦਾ, ਤੀਜੇ ਨੂੰ ਛੱਡਦਾ ਚੌਥਾ, ਚੌਥੇ ਨੂੰ ਛੱਡਦਾ ਪੰਜਵਾਂ, ਪੰਜਵੇਂ ਨੂੰ ਛੱਡਦਾ ਫਿਰ ਪਹਿਲਾ। ਕਸ਼ਮਕਸ਼ ਪੂਰਾ ਉਹਦੀ ਉਮਰ ਇਸੇ ਚ ਲੰਘ ਜਾਂਦੀ। ਵੈਸੇ ਆਮ ਬੰਦੇ ਦੀ ਉਮਰ ਵੀ ਇਸੇ ਚੀਜ਼ ਚ ਲੰਘ ਜਾਂਦੀ ਹੈ ਕਿ ਇੱਕ ਵਿਕਾਰ ਨੂੰ ਛੱਡਦਾ, ਦੂਜਾ ਫੜ ਲੈਂਦਾ, ਦੂਜੇ ਨੂੰ ਛੱਡਦਾ, ਤੀਜਾ ਫੜ ਲੈਂਦਾ, ਤੀਜਾ, ਚੌਥਾ, ਹਮੇਸ਼ਾ ਇਹਦੇ ਵਿੱਚ ਹੀ ਉਲਝਿਆ ਰਹਿੰਦਾ। ਇਹ ਉਲਝਣਾ ਵਿੱਚ ਜਦੋਂ ਉਹ ਉਲਝਿਆ ਰਿਹਾ, ਤੇ ਜਦੋਂ ਬਾਹਰ ਨਿਗਾਹ ਮਾਰ ਕੇ ਵੇਖੀ ਤੇ ਰੱਬ ਜੋ ਖੁਦਾ ਜਿਹੜਾ ਸੀ ਉਹ ਵਾਪਿਸ ਜਾ ਚੁੱਕਿਆ ਸੀ। ਭਾਵ ਕਿ ਜਿਸ ਰੱਬ ਪਰਮਾਤਮਾ ਪਰਮੇਸ਼ਵਰ ਦੇ ਗੁਣਾਂ ਨੂੰ, ਸਤ, ਸੰਤੋਖ, ਦਇਆ, ਧਰਮ, ਧੀਰਜ ਨੂੰ ਅਸੀਂ ਆਪਣੇ ਅੰਦਰ ਜਗ੍ਹਾ ਦੇਣੀ ਸੀ ਨਾ, ਤੇ ਇਹਨਾਂ ਵਿਕਾਰਾਂ ਰੂਪੀ ਜਮਾਂ ਦੇ ਉੱਤੇ ਕੰਟਰੋਲ ਕਰਨਾ ਸੀ, ਅਸਲ ਦੇ ਵਿੱਚ ਅਸੀਂ ਉਹ ਸਥਾਨ ਨਹੀਂ ਦੇ ਪਾਏ, ਆਪਣੇ ਹਿਰਦੇ ਘਰ ਵਿੱਚ ਉਹ ਜਗ੍ਹਾ ਨਹੀਂ ਦੇ ਪਾਏ, ਕਿਉਂਕਿ ਰੱਬ ਦੀ ਪਹਿਚਾਣ ਨਹੀਂ ਕੀਤੀ, ਪਰਮਾਤਮਾ ਨੂੰ ਸਮਝਿਆ ਨਹੀਂ, ਸਾਡੇ ਉਚੇਤੇ ਵਿੱਚੋਂ ਭੁੱਲ ਗਿਆ। ਜਿਸ ਤਰ੍ਹਾਂ ਕਿਸੇ ਅਦੀਬ ਨੇ ਬੜਾ ਖੂਬ ਲਿਖਿਆ ਸੀ, ਉਹ ਕਹਿੰਦੇ ਕਿ ਆਮ ਇੱਕ ਮਦਰਸੇ ਦੇ ਵਿੱਚ ਨਾ ਇੱਕ ਟੀਚਰ ਜਿਹੜਾ ਉਹਨਾਂ ਦਾ ਉਸਤਾਦ ਸੀ, ਉਹ ਪੜ੍ਹਾਉਣ ਆਉਂਦਾ ਸੀ ਰੋਜ਼ ਮਦਰਸੇ ਦੇ ਅੰਦਰ। ਤੇ ਜਦੋਂ ਉਹ ਪੜ੍ਹਾ ਰਿਹਾ ਸੀ ਤੇ ਉਹਦਾ ਇੱਕ ਤਕੀਆ ਕਲਾਮ ਹੁੰਦਾ ਸੀ, ਜੈਸਾ ਉਹ ਐਂਟਰ ਕਰਦਾ ਸੀ ਕਲਾਸ ਦੇ ਵਿੱਚ, ਤੇ ਉਹ ਕਹਿੰਦਾ ਸੀ, ਖੁਦਾ ਹਰ ਜਗ੍ਹਾ ਮੌਜੂਦ ਹੈ, ਖੁਦਾ ਹਰ ਜਗ੍ਹਾ ਮੌਜੂਦ ਹੈ। ਤੇ ਜਿਹੜੇ ਆਮ ਸਟੂਡੈਂਟ ਦੇ ਜਿਹੜੇ ਬਹਿੰਦੇ ਸਨ ਸਾਹਮਣੇ, ਜਿਹੜੇ ਉਹਦੇ ਵਿਦਿਆਰਥੀ ਸਨ, ਉਹ ਵੀ ਆਪਣੇ ਇਸ ਉਸਤਾਦ ਦੇ ਤਕੀਆ ਕਲਾਮ ਨੂੰ ਨਾਲ ਪੜ੍ਹ ਲੈਂਦੇ ਸੀ। ਇੱਕ ਦਿਨ ਅਚਨਚੇਤ ਇੱਕ ਘਟਨਾ ਹੋਈ, ਉਹ ਜਿਹੜਾ ਉਸਤਾਦ ਸੀ ਜਦੋਂ ਆਇਆ ਤੇ ਉਸਨੇ ਆਂਦਿਆਂ ਹੀ ਅੱਜ ਕੀ ਆਖਿਆ, ਅੱਜ ਇੱਕ ਗੱਲ ਕਰਦਾ, ਕਹਿੰਦਾ ਕਿ ਬੱਚਿਆਂ ਨੂੰ ਅੱਜ ਪਹਿਲਾ ਤਕੀਆ ਕਲਾਮ ਨਹੀਂ ਬੋਲਿਆ, ਅੱਜ ਬੱਚਿਆਂ ਦੇ ਨਾਲ ਆਪਣੇ ਸਟੂਡੈਂਟਸ ਨੂੰ ਇੱਕ ਸਵਾਲ ਪੁੱਛਦਾ, ਕਹਿੰਦਾ, ਬੱਚਿਓ ਇਹ ਦੱਸੋ ਕਿ ਖੁਦਾ ਕਿਹੜੀ ਜਗ੍ਹਾ ਉਪਸਥਿਤ ਨਹੀਂ ਹੈ, ਪ੍ਰੈਜੈਂਟ ਨਹੀਂ ਹੈ, ਖੁਦਾ ਕਿੱਥੇ ਨਹੀਂ ਹੈ। ਸਾਰੇ ਕਲਾਸ ਦੇ ਵਿੱਚ ਖਾਮੋਸ਼ੀ ਛਾ ਗਈ ਕਿ ਉਸਤਾਦ ਜੀ ਨੂੰ ਅੱਜ ਕੀ ਹੋਇਆ। ਰੋਜ਼ ਉਸਤਾਦ ਜੀ ਆਉਂਦੇ ਸਨ ਤੇ ਇਹ ਗੱਲ ਕਹਿੰਦੇ ਸਨ ਕਿ ਖੁਦਾ ਹਰ ਜਗ੍ਹਾ ਹੈ, ਜ਼ਰਰੇ ਜ਼ਰਰੇ ਵਿੱਚ ਮੌਜੂਦ ਹੈ, ਹਰ ਕਿਸੇ ਦੇ ਅੰਦਰ ਬੈਠਾ ਹੋਇਆ ਹੈ। ਤੇ ਅੱਜ ਇਹ ਉਸਤਾਦ ਜੀ ਦਾ ਸਵਾਲ ਬਦਲਿਆ ਹੋਇਆ। ਇੱਕ ਵਿਦਿਆਰਥੀ ਉਹਨਾਂ ਦੇ ਵਿੱਚ ਬੈਠਾ ਸੀ, ਉਸ ਵਿਦਿਆਰਥੀ ਨੇ ਹੱਥ ਖੜਾ ਕੀਤਾ, ਕਹਿਣ ਲੱਗਾ, ਉਸਤਾਦ ਜੀ ਮੈਂ ਤੁਹਾਡੇ ਇਸ ਸਵਾਲ ਦਾ ਜਵਾਬ ਦਿੰਦਾ। ਉਸਤਾਦ ਜਿਹੜਾ ਸੀ ਨਾ ਉਸਦਾ, ਉਸ ਵਿਦਿਆਰਥੀ ਨੂੰ ਕਹਿੰਦਾ, ਖੜਾ ਹੋ। ਉਹ ਖੜਾ ਹੋਇਆ ਤੇ ਕਹਿਣ ਲੱਗਾ, ਤੂੰ ਇਸ ਕਲਾਸ ਦਾ ਸਭ ਤੋਂ ਮੂਰਖ ਬੱਚਾ ਹੈ, ਤੂੰ ਇਸ ਕਲਾਸ ਦਾ ਸਭ ਤੋਂ ਨਲਾਇਕ ਬੱਚਾ ਹੈ,
ਮੈਂ ਗਲਤ ਸਵਾਲ ਪੁੱਛਿਆ, ਤੂੰ ਗਲਤ ਸਵਾਲ ਦਾ ਜਵਾਬ ਦੇਣ ਦੇ ਲਈ ਤੂੰ ਹੱਥ ਖੜਾ ਕਰ ਲਿਆ, ਤੂੰ ਪ੍ਰੈਜੈਂਟ ਕੀਤਾ ਆਪਣੇ ਆਪ ਨੂੰ ਕਿ ਮੈਂ ਗਲਤ ਸਵਾਲ ਦਾ ਜਵਾਬ ਦੇਵਾਂ। ਤੇ ਜਦੋਂ ਉਹ ਬੱਚੇ ਨੇ ਆਪਣੇ ਉਸਤਾਦ ਦੀ ਗੱਲ ਸੁਣੀ ਤੇ ਹੱਥ ਜੋੜ ਕੇ ਆਪਣੇ ਉਸਤਾਦ ਦੇ ਅੱਗੇ ਖੜਾ ਹੋ ਗਿਆ ਤੇ ਕਹਿਣ ਲੱਗਾ, ਉਸਤਾਦ ਜੀ, ਅਸੀਂ ਤੁਹਾਡੇ ਸਟੂਡੈਂਟ ਹਾਂ, ਤੁਹਾਡੇ ਤੋਂ ਪੜ੍ਹਦੇ ਆਏ ਹਾਂ ਬੜੇ ਲੰਮੇ ਸਮੇਂ ਤੋਂ। ਤੁਸੀਂ ਸਾਡੇ ਟੀਚਰ ਹੋ, ਉਸਤਾਦ ਹੋ, ਤੁਸੀਂ ਸਾਡੇ ਗੁਰੂ ਹੋ, ਤੇ ਗੁਰੂ ਜਿਹੜਾ ਕਦੇ ਗਲਤ ਨਹੀਂ ਹੁੰਦਾ। ਤੁਹਾਡਾ ਸਵਾਲ ਗਲਤ ਨਹੀਂ ਹੋ ਸਕਦਾ, ਸਾਡੇ ਜਵਾਬ ਗਲਤ ਹੋ ਸਕਦੇ, ਪਰ ਤੁਹਾਡਾ ਸਵਾਲ ਗਲਤ ਨਹੀਂ ਹੋ ਸਕਦਾ। ਕਹਿੰਦਾ ਹੈ, ਤੇ ਜੇਕਰ ਸਾਡਾ ਸਵਾਲ ਗਲਤ ਨਹੀਂ ਤੇ ਦੇ ਫਿਰ ਇਸ ਸਵਾਲ ਦਾ ਜਵਾਬ ਕੀ ਦੇਵੇਗਾ। ਤੇ ਉਸ ਬੱਚੇ ਨੇ ਬੜੇ ਨਿਮਰਤਾ ਸਹਿਤ ਹੱਥ ਬੰਨ ਕੇ ਆਖਿਆ, ਕਹਿਣ ਲੱਗਾ ਕਿ ਖੁਦਾ ਜਿਹੜਾ ਹੈ ਉਹ ਜ਼ਰਰੇ ਜ਼ਰਰੇ ਦੇ ਵਿੱਚ ਸਮਾਇਆ, ਹਰ ਜਗ੍ਹਾ ਖੁਦਾ ਪਰਮਾਤਮਾ ਪਰਮੇਸ਼ਵਰ ਹਰ ਜਗ੍ਹਾ ਹੈ, ਪਰ ਇੱਕ ਜਗ੍ਹਾ ਐਸੀ ਹੈ ਕਿ ਜਿੱਥੇ ਖੁਦਾ ਨਹੀਂ ਰਹਿੰਦਾ। ਹੁਣ ਬੜੀ ਉਹਦੀ ਵਿਆਕੁਲਤਾ, ਉਤਸੁਕਤਾ ਵਧੀ ਤੇ ਉਹਦਾ ਉਸਤਾਦ ਕਹਿਣ ਲੱਗਾ, ਜਲਦੀ ਦੱਸ ਫਿਰ ਉਹ ਕਿਹੜੀ ਥਾਂ ਹੈ। ਤੇ ਬੱਚਾ ਕਹਿਣ ਲੱਗਾ, ਉਸਤਾਦ ਜੀ, ਉਹ ਹੈ ਸਾਡਾ ਚੇਤਾ, ਉਹ ਹੈ ਸਾਡੀ ਸਮਰਤੀ, ਉਹ ਹੈ ਸਾਡਾ ਮਨ, ਜਿਹਦੇ ਵਿੱਚ ਖੁਦਾ ਸਾਡੇ ਖਿਆਲ ਵਿੱਚ ਨਹੀਂ ਰਹਿੰਦਾ। ਸਾਡੇ ਖਿਆਲਾਂ ਵਿੱਚ ਖੁਦਾ ਨਹੀਂ ਹੈ, ਸਾਡੇ ਮਨ ਵਿੱਚ ਖੁਦਾ ਨਹੀਂ ਹੈ, ਸਾਡੇ ਅੰਦਰ ਹਰ ਪਾਸੇ ਖੁਦਾ ਹੈ, ਪਰ ਸਾਡੇ ਚੇਤੇ ਵਿੱਚ ਨਹੀਂ ਹੈ। ਸੰਗਤ ਜੀ, ਇਹ ਸਵਾਲ ਸਰਵਣ ਕਰਕੇ ਜਦੋਂ ਇਹਦਾ ਜਵਾਬ ਉਸ ਉਸਤਾਦ ਨੇ ਸੁਣਿਆ ਨਾ, ਤੇ ਕਹਿੰਦੇ ਨੇ ਕਿ ਉਸਨੇ ਆਪਣਾ ਸੀਸ ਉਸ ਬੱਚੇ ਦੇ ਕਦਮਾਂ ਵਿੱਚ ਰੱਖ ਦਿੱਤਾ ਸੀ। ਕਹਿੰਦੇ, ਵਾਹ, ਜਿਹੜੀ ਗੱਲ ਇਤਨੇ ਲੰਮਾ ਸਮਾਂ ਮੈਨੂੰ ਕਲਾਸ ਪੜ੍ਹਾ ਕੇ ਨਹੀਂ ਆਈ, ਅੱਜ ਤੂੰ ਮੇਰੇ ਜੀਵਨ ਦੇ ਵਿੱਚ ਇੱਕ ਵਾਰ ਇੱਕ ਸਵਾਲ ਦੇ ਜਵਾਬ ਨਾਲ ਇੱਕ ਗਿਆਨ ਮੈਨੂੰ ਬਖਸ਼ਿਸ਼ ਕਰ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵੀ ਮਨੁੱਖ ਨੂੰ ਇਹੀ ਸਮਝਾਉਣਾ ਚਾਹੁੰਦੇ ਨੇ ਇਸ ਸ਼ਬਦ ਦੇ ਰਾਹੀਂ ਕਿ ਭਾਈ, ਜੇ ਤੂੰ ਰੱਬ ਪਰਮਾਤਮਾ ਪਰਮੇਸ਼ਵਰ ਦਾ ਨਾਮ ਜਪਣਾ ਹੈ ਨਾ, ਭਾਈ ਰੇ ਰਾਮ ਕਹੋ ਚਿੱਤ ਲਾਏ। ਤੇ ਉਸ ਰੱਬ ਨੂੰ, ਉਸ ਰਾਮ ਨੂੰ, ਉਸ ਪਰਮਾਤਮਾ ਨੂੰ, ਉਸ ਪਰਮੇਸ਼ਵਰ ਨੂੰ ਚਿੱਤ ਲਾ ਕੇ ਯਾਦ ਕਰੀ। ਰਮੇ ਹੋਏ ਰਾਮ ਨੂੰ, ਉਸ ਰਾਮ ਨੂੰ ਪਰਮਾਤਮਾ ਪਰਮੇਸ਼ਵਰ ਦਾ ਰੂਪ ਜਾਣੀ, ਉਸ ਦੇ ਵਿੱਚ ਯਾਦ ਕਰੀ। ਕਿਉਂਕਿ ਕਈ ਵਾਰ ਬੰਦਾ ਰਾਮ ਰਾਮ ਕਰਤਾ, ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਪਰ ਰਾਮ ਦੀ ਤੇ ਪ੍ਰਾਪਤੀ ਨਹੀਂ ਹੋ ਰਹੀ। ਅੱਲਾ ਅੱਲਾ, ਵਾਹਿਗੁਰੂ ਵਾਹਿਗੁਰੂ ਕਹੀ ਜਾ ਰਹੇ ਆ, ਅਸੀਂ ਅਕਸਰ ਇਹ ਗੱਲ ਕਹੀ ਜਾ ਰਹੇ ਆ, ਰੱਬ ਪਰਮਾਤਮਾ ਪਰਮੇਸ਼ਵਰ ਜਪ ਰਹੇ ਹਾਂ, ਵਾਹਿਗੁਰੂ ਵਾਹਿਗੁਰੂ ਦਾ ਜਾਪ ਵੀ ਆਪਾਂ ਜਪਦੇ ਹਾਂ, ਪਰ ਉਹ ਰਸ ਸਾਡੇ ਜੀਵਨ 'ਚ ਨਹੀਂ ਬਣ ਰਿਹਾ। ਜਿਹੜੇ ਅਭਿਆਸੀ ਪੁਰਸ਼ ਹੁੰਦੇ ਨੇ, ਪਤਾ ਕੀ ਕਹਿੰਦੇ ਨੇ, ਇੱਕ ਵਾਰ ਰਾਮ ਕਹਿਣ ਦੇ ਨਾਲ ਬੰਦੇ ਦੇ ਸੈਂਕੜੇ ਹੀ ਦੁੱਖ ਦੂਰ ਹੋ ਜਾਂਦੇ ਨੇ। ਇੱਕ ਵਾਰ ਅੱਲਾ ਵਾਹਿਗੁਰੂ ਕਹਿਣ ਦੇ ਨਾਲ ਮਨੁੱਖ ਦੇ ਜੀਵਨ ਦੇ ਵਿੱਚ ਇੱਕ ਮਿਠਾਸ ਆ ਜਾਂਦੀ ਹੈ। ਪਰ ਕਹਿੰਦੇ, ਅਸੀਂ ਅੱਜ ਲੱਖਾਂ ਵਾਰ, ਹਜ਼ਾਰਾਂ ਵਾਰ ਵਾਹਿਗੁਰੂ ਅੱਲਾਹ ਰਾਮ ਕਹਿ ਰਹੇ ਹਾਂ, ਸਾਡੇ ਜੀਵਨ ਦੇ ਵਿੱਚ ਨਾ ਪਰਿਵਰਤਨ ਆ ਰਿਹਾ, ਨਾ ਸਾਡੇ ਅੰਦਰ ਉਹ ਆਨੰਦਮਈ ਅਵਸਥਾ ਬਣ ਰਹੀ ਹੈ। ਕੀ ਕਾਰਨ ਹੈ? ਦਰਅਸਲ ਰਾਮ ਦੀ ਪਹਿਚਾਨ ਨਹੀਂ ਹੈ। ਰਾਮ ਨੂੰ ਜਿਸ ਵਿਵੇਕਤਾ ਦੇ ਨਾਲ ਅਸੀਂ ਯਾਦ ਕਰਨਾ ਸੀ, ਉਹ ਰਾਮ ਨਹੀਂ ਸਮਝ ਪਾਏ। ਸਤਿਗੁਰੂ ਜੀ ਕਹਿਣ ਲੱਗੇ, ਭਾਈ, ਰੱਬ ਦਾ ਨਾਂ ਲੈਣਾ, ਰਾਮ ਨੂੰ ਜਪਣਾ ਹੈ, ਤੇ ਫਿਰ ਮਨ ਦੇ ਨਾਲ ਆਪਣੇ ਅੰਦਰੋਂ, ਆਪਣੇ ਮਨ ਦੀ ਗਹਿਰਾਈ ਤੋਂ ਜਪੀ ਭਾਈ, ਭਾਈ ਰੇ ਰਾਮ ਕਹੋ ਚਿੱਤ ਲਾਏ। ਤੇ ਫਿਰ ਕੀ ਹੋਵੇਗਾ? ਜਿਹੜੇ ਉਸ ਨਾਮ ਦੀ ਬਰਕਤ ਹੋਏਗੀ, ਜੋ ਸਿਮਰਨ ਦੀ ਬਰਕਤ ਦੇ ਨਾਲ ਜੀਵਨ ਦੇ ਵਿੱਚ ਇੱਕ ਚੇਂਜ ਆਏਗਾ। ਹਰ ਜਸ ਬਖਰ ਲੈ ਚਲੋ, ਸ਼ਹਿ ਦੇਖੈ ਪਤਿਆਏ। ਜਦੋਂ ਰਾਮ ਨੂੰ ਸਮਝ ਲਿਆ, ਉਹਦੇ ਗੁਣਾਂ ਦੇ ਨਾਲ ਸਾਂਝ ਪਾ ਲਈ ਨਾ, ਕਰਨੀ ਕਾਗਦ ਮਨ ਮਸਵਾਨੀ, ਬੁਰਾ ਭਲਾ ਦੋਇ ਲੇਖ ਪਏ। ਜਿਉਂ ਜਿਉਂ ਕਿਰਤ ਚਲਾਏ, ਤਿਉਂ ਚਲੀਏ, ਤੋ ਗੁਣ ਨਾਹੀਂ ਅੰਤ ਹਰੇ। ਹੇ ਰੱਬ ਪਰਮਾਤਮਾ ਪਰਮੇਸ਼ਵਰ, ਤੇਰੇ ਗੁਣਾਂ ਦਾ ਕੋਈ ਅੰਤ ਨਹੀਂ ਪਾ ਸਕਦਾ। ਜੀਵਨ ਦੀ ਕਰਨੀ ਨੂੰ ਕਾਗਜ਼ ਬਣਾ ਕੇ ਵੇਖੀ ਭਲਿਆ, ਬੁਰਾ ਭਲਾ ਦੋ ਲੇਖ ਲਿਖ ਕੇ ਵੇਖੀ ਉਹਦੇ ਉੱਤੇ। ਕਿਉਂਕਿ ਆਮ ਬੰਦਾ ਜੀਵਨ ਦੇ ਵਿੱਚ ਚਿੱਤ ਚੇਤਸ ਕੀ ਨਹੀਂ ਵਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਰੱਬ ਭੁੱਲ ਗਿਆ, ਪਰਮਾਤਮਾ ਭੁੱਲ ਗਿਆ, ਗੁਣ ਵੀ ਅੰਦਰ ਸੜ ਜਾਂਦੇ ਨੇ। ਗੁਣਾਂ ਦੇ ਖਜ਼ਾਨੇ ਰੱਬ ਪਰਮਾਤਮਾ ਪਰਮੇਸ਼ਵਰ ਨੂੰ ਯਾਦ ਕਰਨਾ, ਉਹਦੇ ਗੁਣਾਂ ਦੀ ਵਰਤੋਂ ਕਰਨੀ, ਅਸਲ ਦੇ ਵਿੱਚ ਰੱਬ ਦਾ ਸਿਮਰਨ ਹੈ। ਅਸਲ ਦੇ ਵਿੱਚ ਰੱਬੀ ਗੁਣਾਂ ਨੂੰ ਜੀਵਨ ਦੇ ਵਿੱਚ ਜੀਣਾ ਹੀ ਉਸ ਰੱਬ ਪਰਮਾਤਮਾ ਪਰਮੇਸ਼ਵਰ ਦੀ ਯਾਦ ਹੈ, ਉਸ ਦਾ ਸਿਮਰਨ ਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ,
ਉਸ ਨਾਮ ਦੀ ਬਰਕਤ ਦੇ ਨਾਲ ਹਰ ਜਸ ਵੱਖਰ ਲੈ ਚਲੋ। ਕਹਿੰਦੇ ਉਸ ਨਾਮ ਦੀ ਬਰਕਤ ਦੇ ਨਾਲ, ਉਹਨ ਗੁਣਾਂ ਦੀ ਬਰਕਤ ਦੇ ਨਾਲ ਜਿਹੜਾ ਵੱਖਰ ਤੇਰੇ ਜੀਵਨ ਦੇ ਵਿੱਚ ਪੈਦਾ ਹੋਣਾ, ਉਸ ਨੂੰ ਨਾਲ ਰੱਖੀ ਭਲਿਆ। ਸ਼ਹਿ ਦੇਖੇ ਪਤਿਆਏ, ਜਿਸ ਨੂੰ ਦੇਖ ਕੇ ਤੇਰਾ ਪਤੀ, ਤੇਰਾ ਮਾਲਕ ਪਰਮਾਤਮਾ ਖੁਸ਼ ਹੋ ਜਾਏਗਾ। ਫਿਰ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਵਣਜ ਕਰੋ ਬੰਜਾਰਿਓ, ਬਖਰ ਲਿਓ ਸੰਭਾਲ। ਬਨਜ ਕਰੋ ਬੰਜਾਰਿਓ। ਬਨਜ ਹੁੰਦਾ ਵਪਾਰ, ਬਿਜ਼ਨਸ, ਤੇ ਬੰਜਾਰੇ ਕੌਣ ਹੁੰਦੇ ਨੇ? ਜਿਹੜੇ ਇਸ ਨੂੰ ਕਰਦੇ ਨੇ, ਜਿਹੜੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਤੇ ਜਾ ਕੇ ਆਪਣੇ ਬਿਜ਼ਨਸ ਵਪਾਰ ਕਰਦੇ ਨੇ। ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਸ਼ਬਦ ਦੇ ਵਿੱਚ ਮਨੁੱਖ ਨੂੰ ਸਮਝਾਉਣਾ ਕਰਦੇ ਨੇ ਕਿ ਭਾਈ ਤੂੰ ਸੰਸਾਰ ਦੇ ਵਿੱਚ ਇੱਕ ਬੰਜਾਰਾ ਹੈ। ਤੂੰ ਅੱਜ ਇਸ ਸੰਸਾਰ ਵਿੱਚ ਹੈ, ਕੱਲ ਪਤਾ ਨਹੀਂ ਕਿੱਥੇ, ਅਗਲੇ ਪਲ ਵਿੱਚ ਤੂੰ ਕਿੱਥੇ ਹੋਣਾ, ਇਸ ਦਾ ਕੋਈ ਗਿਆਨ ਕਿਸੇ ਨੂੰ ਨਹੀਂ ਹੈ। ਕਹਿੰਦੇ ਭਲਿਆ ਇਹੋ ਜਿਹੇ ਕੰਮ, ਇਹੋ ਜਿਹੀ ਕਰਨੀ ਕਰੀ, ਇਹੋ ਜਿਹੇ ਜੀਵਨ ਦੇ ਵਿੱਚ ਕਾਰ ਕਰੀ ਕਿ ਜਿਹਦਾ ਜਿਹੜਾ ਵੱਖਰ ਹੈ, ਜਿਹਦਾ ਜਿਹੜਾ ਲਾਭ ਹੈ, ਜਿਹਦਾ ਪ੍ਰੋਫਿਟ ਹੈ, ਜੋ ਤੇਰੇ ਕੋਲ ਸੰਭਿਆ ਰਹੇ। ਕਿਉਂਕਿ ਸੱਜਣ ਸਹੀ ਨਾਲ ਮੈਂ, ਚੱਲਦਿਆਂ ਨਾਲ ਚੱਲਣ। ਸੱਜਣ ਅਸਲ ਉਹ ਬੰਦੇ ਨੇ ਜਿਹੜੇ ਤੇਰੇ ਨਾਲ ਹਰ ਦਮ ਹਰ ਵੇਲੇ ਤੁਰਨ। ਤੇ ਜਿਹੜੇ ਸੱਜਣ ਨਹੀਂ ਨਾ ਹੁੰਦੇ ਭਲਿਓ, ਜਿਨ੍ਹਾਂ ਦੇ ਅੰਦਰ ਗੁਣ ਨਹੀਂ ਨਾ ਹੁੰਦੇ, ਜਿਹੜੇ ਵਿਕਾਰਾਂ ਰੂਪੀ ਦੋਸਤ ਹੁੰਦੇ ਨੇ, ਇਹ ਕੀ ਕਰਦੇ ਨੇ? ਇਹ ਸਿਰਫ ਤੇਰੇ ਕੋਲ ਉਸੇ ਵੇਲੇ ਹੋਣਗੇ ਜਿਸ ਵੇਲੇ ਤੇਰੇ ਕੋਲ ਕੋਈ ਸਰਮਾਇਆ ਹੋਵੇਗਾ। ਤੇਰੇ ਅੰਦਰ ਅੰਮ੍ਰਿਤ ਲੁੱਟਣ ਵਾਸਤੇ ਹੋਣਗੇ। ਜਦੋਂ ਅੰਮ੍ਰਿਤ ਲੁੱਟ ਲੈਂਦੇ ਫਿਰ ਵੀ ਭੱਜ ਜਾਂਦੇ। ਤੇਰੇ ਜੀਵਨ ਦਾ ਖਜ਼ਾਨਾ ਜਦੋਂ ਲੁੱਟ ਲੈਂਦੇ ਫਿਰ ਤੇਰਾ ਸਾਥ ਨਹੀਂ ਦਿੰਦੇ। ਅਸਲ ਸੱਜਣ ਉਹ ਹਨ ਕਿ ਜਿਹੜੇ ਤੇਰੇ ਜੀਵਨ ਦੀ ਹਰ ਘੜੀ ਵਿੱਚ ਤੇਰੇ ਨਾਲ ਖੜੇ ਹਨ। ਸਤਿਗੁਰੂ ਜੀ ਸਮਝਾਉਣਾ ਕਰਦੇ ਨੇ, ਕਹਿਣ ਲੱਗੇ ਤੈਸੀ ਵਸਤ ਵਿਸਾਹੀਏ ਜੈਸੀ ਨਿਭ ਹੈ ਨਾਲ। ਉਹੋ ਜਿਹਾ ਸਮਾਨ ਇਕੱਠਾ ਕਰੀ ਭਲਿਆ, ਉਹੋ ਜਿਹੀ ਬਿਜ਼ਨਸ ਵਪਾਰ, ਉਹੋ ਜਿਹੀ ਕਰਮ ਕਰੀ ਜੀਵਨ ਦੇ ਵਿੱਚ, ਜਿਹੜੇ ਤੇਰੇ ਨਾਲ ਤੁਰ ਪੈਣ, ਤੇਰੇ ਨਾਲ ਰਹਿਣ। ਕਹਿੰਦੇ ਨੇ ਕਿ ਬੰਦੇ ਦੀ ਜਿਹੜੇ ਧਨ ਦੌਲਤ ਹੁੰਦੇ ਨੇ, ਪ੍ਰਾਪਰਟੀਆਂ ਹੁੰਦੀਆਂ ਨੇ ਨਾ, ਇਹਦੇ ਸਾਰੇ ਹੀ ਭਾਈਵਾਲ ਹੁੰਦੇ ਨੇ। ਇੱਕ ਜਾਂਦਾ, ਦੂਸਰਾ ਆ ਜਾਂਦਾ, ਦੂਜਾ ਜਾਂਦਾ, ਤੀਜਾ ਆ ਜਾਂਦਾ। ਪਰ ਜਿਹੜੇ ਮਨੁੱਖੀ ਗੁਣ ਹੁੰਦੇ ਨੇ, ਜਿਹੜੇ ਰੱਬ ਪਰਮਾਤਮਾ ਪਰਮੇਸ਼ਵਰ ਦੇ ਜਿਹੜੇ ਕਰਮ ਹੁੰਦੇ ਨੇ, ਜਿਹੜੇ ਚੰਗੇ ਕਰਮ ਹੁੰਦੇ ਨੇ, ਇਹ ਬੰਦੇ ਅਸਲ ਤੇਰੀ ਆਪਣੀ ਪ੍ਰਾਪਰਟੀ ਹੁੰਦੀ ਹੈ। ਤੇਰੇ ਕੋਲ ਹੁੰਦੇ ਨੇ, ਤੇਰੇ ਨਾਲ ਨਿਭਦੇ ਨੇ, ਤੇਰੇ ਨਾਲ ਜਾਂਦੇ ਨੇ। ਸਤਿਗੁਰੂ ਜੀ ਕਹਿਣ ਲੱਗੇ ਇਹੋ ਜਿਹਾ ਬਨਜ ਹੀ ਭਲਿਆ ਜੀਵਨ ਚ ਕਰੀ, ਕਿਉਂਕਿ ਅੱਗੇ ਸ਼ਾਹ ਸੁਜਾਨ ਹੈ, ਲੈਸੀ ਬਸਤ ਸੰਭਾਲ। ਅੱਗੇ ਤੂੰ ਭਾਵ ਉਹ ਰੱਬ ਪਰਮਾਤਮਾ ਪਰਮੇਸ਼ਵਰ ਜਿਹੜਾ ਤੇਰੇ ਅੰਦਰ ਬੈਠਾ ਹੋਇਆ ਹੈ, ਉਹ ਜਿਹੜਾ ਗੁਣਾਂ ਦਾ ਖਜ਼ਾਨਾ ਹੈ ਨਾ, ਉਹ ਬੜਾ ਸੂਝਵਾਨ, ਬੜਾ ਸਿਆਣਾ ਹੈ। ਉਹ ਜੀਵਨ ਦੇ ਵਿੱਚ ਤੈਨੂੰ, ਜਦੋਂ ਤੂੰ ਇਹੋ ਜਿਹੀ ਚੀਜ਼ ਇਕੱਤਰ ਕਰੇਗਾ ਨਾ, ਉਹ ਰੱਬ ਵੀ ਤੈਨੂੰ ਬੜਾ ਖੁਸ਼ ਹੋ ਕੇ ਸ਼ਹਿ ਦੇਖੇ ਪਤਿਆਏ, ਤੇਰੇ ਤੇ ਖੁਸ਼ ਹੋ ਜਾਏਗਾ, ਤੈਨੂੰ ਸਾਂਭ ਕੇ ਆਪਣੇ ਨਾਲ ਲਗਾ ਲਏਗਾ। ਇਹ ਜੀਵਨ ਦੀ ਕਮਾਈ ਦੀ ਗੱਲ ਗੁਰੂ ਨਾਨਕ ਬਾਬਾ ਕਰਦੇ ਨੇ ਕਿ ਜੀਵਨ ਕਿਵੇਂ ਚਲਾਣਾ। ਜਿੱਥੇ ਸਮਾਜ ਦੇ ਵਿੱਚ, ਧਰਮ ਦੇ ਵਿੱਚ ਵਿਗਾੜ ਨਜ਼ਰ ਆਇਆ, ਧਾਰਮਿਕ ਲੋਕ ਜਿਹੜੇ ਸਨ ਅਡੰਬਰ ਕਰ ਰਹੇ ਸਨ, ਧਰਮ ਨੂੰ ਬਦਨਾਮ ਕਰ ਰਹੇ ਸਨ, ਗੁਰੂ ਨਾਨਕ ਬਾਬੇ ਨੇ ਉਹਨਾਂ ਨੂੰ ਇਹ ਗੱਲ ਆਮ ਤੌਰ ਤੇ ਸਾਂਝੀ ਕੀਤੀ ਕਿ ਭਾਈ ਧਰਮ ਦੇ ਨਾਂ ਦੇ ਉੱਤੇ ਤੁਸੀਂ ਜਿਹੜੇ ਬਿਜ਼ਨਸ ਵਪਾਰ ਕਰ ਰਹੇ ਹੋ, ਇਹ ਬੰਦ ਕਰੋ। ਸਤਿਗੁਰ ਸੱਚੇ ਪਾਤਸ਼ਾਹ ਫਿਰ ਅੱਗੇ ਬਖਸ਼ਿਸ਼ ਕਰਦੇ ਨੇ ਕਿ ਇਹ ਜਿਹੜਾ ਸਮਾਨ, ਜਿਹੜੇ ਚੰਗੇ ਕਰਮਾਂ ਦਾ, ਸ਼ੁਭ ਗੁਣਾਂ ਦਾ ਜਦੋਂ ਤੂੰ ਆਪਣੇ ਜੀਵਨ 'ਚ ਰੱਖੇਗਾ, ਰੱਬ ਤੇਰੇ ਨਾਲ ਹਮੇਸ਼ਾ ਤੁਰੇਗਾ, ਰੱਬ ਤੇਰੇ ਵਿੱਚੋਂ ਪ੍ਰਗਟ ਹੋਵੇਗਾ, ਰੱਬ ਤੇਰੇ ਜੀਵਨ ਦੇ ਵਿੱਚ ਨਜ਼ਰ ਆਏਗਾ, ਪਰਮਾਤਮਾ ਤੇਰੇ ਜੀਵਨ ਦੇ ਵਿੱਚ ਨਜ਼ਰ ਆਏਗਾ। ਤੇ ਸਤਿਗੁਰ ਸੱਚੇ ਪਾਤਸ਼ਾਹ ਅਗਲੀ ਪੰਕਤੀ ਸਾਡੇ ਨਾਲ ਸਾਂਝ ਪਾਉਂਦੇ ਨੇ। ਇਹ ਉਹ ਪਹਿਲੀ ਪੰਕਤੀ ਦੇ ਵਿੱਚ ਉਹ ਅਵਸਥਾ ਬਿਆਨ ਕੀਤੀ ਜਿਹੜੀ ਸ਼ੁਭ ਗੁਣਾਂ ਦੀ ਗ੍ਰਾਹਕ ਹੈ, ਜਿਹੜੀ ਸ਼ੁਭ ਗੁਣ ਇਕੱਤਰ ਕਰਦੀ ਹੈ, ਜਿਹੜੀ ਸ਼ੁਭ ਗੁਣਾਂ ਦੇ ਨਾਲ ਸਾਂਝ ਪਾਉਂਦੀ ਹੈ। ਹੁਣ ਸਤਿਗੁਰ ਸੱਚੇ ਪਾਤਸ਼ਾਹ ਅਗਲੀ ਪੰਕਤੀ ਸਾਡੇ ਨਾਲ ਸਾਂਝ ਪਾਉਂਦੇ ਨੇ ਕਿ ਜਿਹੜੇ ਬੰਦੇ, ਜਿਹੜੇ ਮਨੁੱਖ ਆਪਣੇ ਜੀਵਨ ਦੀ ਇਸ ਗਾਥਾ ਨੂੰ ਨਹੀਂ ਸਮਝਦੇ, ਜਿਹੜੇ ਸੱਚ ਦੀ ਰਾਸ ਆਪਣੇ ਜੀਵਨ ਦੇ ਵਿੱਚ ਨਹੀਂ ਲੈ ਕੇ ਆਉਂਦੇ, ਉਹਨਾਂ ਦੇ ਜੀਵਨ ਦੇ ਵਿੱਚ ਹੋਕੇ ਤੇ ਹਾਵੇ ਹਨ। ਉਹਨਾਂ ਦੇ ਜੀਵਨ ਦੇ ਵਿੱਚ ਦੁੱਖ ਹੀ ਦੁੱਖ ਨਜ਼ਰ ਆਉਂਦੇ ਨੇ, ਸੁੱਖ ਉਹਨਾਂ ਦੇ ਜੀਵਨ ਦੇ ਵਿੱਚ ਨਹੀਂ ਹੁੰਦਾ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਜਿਨ੍ਹਾਂ ਰਾਸ ਨਾ ਸੱਚ ਹੈ, ਕਿਉਂ ਤਿਨਾ ਸੁਖ ਹੋਏ। ਰਾਸ ਹੁੰਦੀ ਨਾ ਬਿਜ਼ਨਸ ਵਿੱਚ, ਵਪਾਰ ਵਿੱਚ, ਇੱਕ ਰਾਸ ਜਿਨ੍ਹਾਂ ਦੇ ਕੋਲ ਆਪਣੀ ਰਾਸ ਹੁੰਦੀ ਨਾ, ਉਹਨਾਂ ਦੇ ਵਪਾਰ, ਉਹਨਾਂ ਨੂੰ ਚਿੰਤਾ ਨਹੀਂ ਹੁੰਦੀ। ਤੇ ਜਿਹੜੀ ਰਾਸ ਉਧਾਰ ਦੀ ਹੁੰਦੀ ਨਾ, ਕਈ ਵਾਰੀ ਮਾੜੀ ਰਾਸ, ਠੱਗੀ ਦੀ ਰਾਸ, ਉਹ ਫਿਰ ਚਿੰਤਾ ਦਾ ਕਾਰਨ ਬਣਦੀ ਹੈ।
ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਉਦਾਹਰਨ ਸਾਨੂੰ ਦੁਨਿਆਵੀ ਹੀ ਦਿੰਦੇ ਨੇ, ਪਰ ਸਮਝਾਉਣਾ ਅੰਦਰ ਸਾਡੇ ਮਨ ਨੂੰ, ਮਨੁੱਖ ਨੂੰ ਕਰਦੇ ਨੇ। ਕਹਿੰਦੇ ਜਿਨ੍ਹਾਂ ਦੇ ਕੋਲ ਸੱਚ ਦੀ ਰਾਸ ਨਹੀਂ ਨਾ ਜੀਵਨ ਦੇ ਵਿੱਚ, ਉਹਨਾਂ ਦੇ ਜੀਵਨ ਦੇ ਵਿੱਚ ਸੁੱਖ ਵੀ ਨਹੀਂ ਹੈ। ਉਹ ਟੈਨਸ਼ਨਾਂ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਹੁੰਦੇ ਨੇ। ਉਹ ਹੋਕੇ ਹਾਵੇ ਲੈ ਕੇ ਆਪਣਾ ਜੀਵਨ ਬਤੀਤ ਕਰਦੇ ਨੇ। ਜਿਨ੍ਹਾਂ ਰਾਸ ਨਾ ਸੱਚ ਹੈ, ਕਿਉਂ ਤੇ ਨਾ ਸੁਖ ਹੋਏ, ਕਿਉਂਕਿ ਉਹ ਕੀ ਕਰਦੇ ਨੇ, ਖੋਟੈ ਬਨ ਜੀਐ, ਮਨ ਧਨ ਖੋਟਾ ਹੋਏ। ਖੋਟੇ ਕੰਮ ਕਰਦੇ ਹਨ, ਮਾੜੇ ਕਰਮ ਕਮਾਉਂਦੇ ਹਨ। ਤੇ ਜਦੋਂ ਮਾੜੇ ਕਰਮ ਕਰਦੇ ਨੇ, ਮਾੜਾ ਬਿਜ਼ਨਸ ਕਰਦੇ ਨੇ, ਮਾੜਾ ਵਪਾਰ, ਕਰਮਾਂ ਦਾ ਵੀ ਤੇ ਵਪਾਰ ਹੈ ਨਾ ਭਲੇ। ਇਹ ਕਰਮ ਕਮਾਉਣੇ ਵੀ ਤੇ ਇੱਕ ਵਪਾਰ ਹੈ। ਜਿੱਥੇ ਬਿਜ਼ਨਸ ਵਿੱਚ ਅਸੀਂ ਮਾਇਆ ਕਮਾਉਂਦੇ ਹਾਂ, ਧਨ ਦੌਲਤ ਕਮਾਉਂਦੇ ਹਾਂ, ਜੀਵਨ ਦੇ ਚੰਗੇ ਰਾਹ ਤੇ ਉੱਤੇ ਤੁਰ ਕੇ ਚੰਗੀ ਪ੍ਰੇਰਨਾ ਗੁਰੂ ਤੋਂ ਲੈ ਕੇ ਜਦੋਂ ਅਸੀਂ ਕਰਮ ਵੀ ਤੇ ਫਿਰ ਅਸੀਂ ਕਮਾਉਂਦੇ ਹਾਂ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਜਿਹੜੇ ਖੋਟੇ ਬਨਜ ਕਰਦੇ ਨੇ, ਖੋਟੇ ਵਪਾਰ ਕਰਦੇ ਨੇ, ਮਾੜੇ ਕਰਮ ਕਰਦੇ ਨੇ, ਉਹ ਕੀ ਕਰਦੇ ਨੇ, ਰਿਜ਼ਲਟ ਕੀ ਉਹਨਾਂ ਦਾ ਜੀਵਨ ਦਾ ਬਣਦਾ, ਮਨ ਵੀ ਖੋਟਾ ਹੋ ਜਾਂਦਾ। ਮਨ ਤੋਂ ਭਾਵ ਕੇ ਸੰਸਕਾਰ ਸਾਰੇ ਮਾੜੇ ਹੋ ਜਾਂਦੇ ਨੇ। ਅੰਦਰ ਦੀ ਜਿਹੜੀ ਸੰਸਕਾਰ ਮਾੜੇ ਹੋ ਜੇ, ਅੰਦਰ ਜੋ ਸਾਡੇ ਜੀਵਨ ਦੇ ਵਿੱਚ ਸਾਡੀ ਜਿਹੜੀ ਪ੍ਰਾਲਬਧ ਬਣਦੀ ਹੈ ਨਾ, ਇਹ ਸਾਡੇ ਸੰਸਕਾਰਾਂ ਤੋਂ ਮਨ ਬਣਦਾ ਹੈ। ਮਨ ਸੁਭਾਅ, ਸਾਡੇ ਸੰਸਕਾਰਾਂ ਤੋਂ ਸੁਭਾਅ ਤੋਂ ਮਨ, ਤੇ ਮਨ ਤੋਂ ਫਿਰ ਅੱਗੇ ਕਰਮ। ਉਹ ਕਰਮ ਜਿਹੜੇ ਸਾਡੇ ਜੀਵਨ ਦੀ ਪ੍ਰਾਲਬਧ ਹੁੰਦੇ। ਸਤਿਗੁਰੂ ਜੀ ਕਹਿਣ ਲੱਗੇ, ਜੇ ਕੰਮ ਖੋਟੇ ਕਰੇਗਾ, ਮਾੜੇ ਕਰੇਗਾ ਭਲਿਆ, ਤੇ ਫਿਰ ਕੀ ਹੋਏਗਾ, ਮਨ ਵੀ ਖੋਟਾ ਹੋ ਜਾਏਗਾ, ਤੇ ਮਨ ਖੋਟਾ ਹੋਇਆ ਤੇ ਤਨ ਵੀ ਖੋਟਾ ਹੋ ਜਾਣਾ। ਤੇ ਫਿਰ ਜੀਵਨ ਕਿਸ ਤਰ੍ਹਾਂ ਦਾ ਬਣੇਗਾ, ਫਾਹੀ ਫਾਥੇ ਮਿਰਗ ਜਿਉ, ਦੁਖ ਕਨੋ ਨਿਤ ਰੋਏ। ਮਰਗ ਤ੍ਰਿਸ਼ਨਾ, ਜਿਸ ਤੋਂ ਮ੍ਰਿਗ ਜਿਹੜਾ ਹੁੰਦਾ ਹੈ ਨਾ, ਉਹਦੀ ਹਮੇਸ਼ਾ ਹੀ ਜਦੋਂ ਗੱਲ ਕੀਤੀ ਜਾਂਦੀ ਤੇ ਤ੍ਰਿਸ਼ਨਾ ਤੋਂ ਗੱਲ ਉਹਦੀ ਸ਼ੁਰੂ ਹੁੰਦੀ ਹੈ। ਜੰਗਲ ਦੇ ਵਿੱਚ ਬੜਾ ਸਾਫ ਸੁਥਰਾ ਠੰਡਾ ਮਿੱਠਾ ਪਾਣੀ ਵਗ ਰਿਹਾ ਹੁੰਦਾ, ਪਰ ਤ੍ਰਿਸ਼ਨਾ ਉਸਦੇ ਅੰਦਰ ਇਤਨੀ ਹੁੰਦੀ ਹੈ, ਉਹ ਉਸ ਪਾਣੀ ਨੂੰ ਨਹੀਂ ਵੇਖਦੀ। ਦੂਰ ਇੱਕ ਲਿਸ਼ਕਦੀ ਧੁੱਪ ਵੇਖਦੀ ਹੈ। ਉਹ ਲਿਸ਼ਕਦੀ ਧੁੱਪ ਜਦੋਂ ਉਹਦੇ ਜਿਹੜੀ ਰੇਤ ਦੇ ਉੱਤੇ ਧੁੱਪ ਪੈਂਦੀ, ਕਹਿੰਦਾ ਉਹ ਪਾਣੀ ਬੜਾ ਵਧੀਆ ਹੋਣਾ। ਦੌੜ ਲਾਉਂਦਾ, ਉੱਥੇ ਕੋਲ ਪੁੱਜਦਾ, ਤੇ ਫਿਰ ਉੱਥੇ ਅੱਗੇ ਨਿਗਾਹ ਮਾਰਦਾ, ਉੱਥੇ ਤੇ ਰੇਤ ਨਜ਼ਰ ਆਉਂਦੀ, ਫਿਰ ਅੱਗੇ ਭੱਜਦਾ। ਇਸੇ ਹੀ ਭੱਜ ਵਿੱਚ, ਨੱਠ ਵਿੱਚ, ਤ੍ਰਿਸ਼ਨਾ ਵਿੱਚ ਵੱਜਾ ਹੋਇਆ ਹਿਰਨ ਜਿਹੜਾ ਹੈ, ਉਹ ਦੁੱਖ ਸਹੇੜਦਾ, ਆਪਣੇ ਆਪ ਨੂੰ ਤਕਲੀਫ ਦਿੰਦਾ, ਕਈ ਵਾਰ ਜਾਨ ਵੀ ਚਲੀ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਨੇ, ਫਾਹੀ ਫਾਥੇ ਮਿਰਗ ਜਿਉ, ਦੁਖ ਘਨੋ ਨਿਤ ਰੋਏ। ਤ੍ਰਿਸ਼ਨਾ ਦੀ ਫਾਹੀ ਵਿੱਚ ਵੱਜਾ ਹੋਇਆ ਹਰਨ ਜਿਹੜਾ ਹੈ, ਜੀਵਨ ਦੇ ਕਈ ਦੁੱਖ ਭੋਗਦਾ ਹੈ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਪੰਕਤੀ 'ਚ ਸਾਡੇ ਨਾਲ ਸਾਂਝ ਪਾਉਂਦੇ ਨੇ ਕਿ ਜਿਹੜੇ ਖੋਟੇ ਕਰਮ ਕਮਾਉਣ ਵਾਲੇ, ਖੋਟੀ ਰਾਸ ਕਮਾਉਣ ਵਾਲੇ, ਉਹਨਾਂ ਦਾ ਹਾਲ ਕੀ ਹੁੰਦਾ। ਖੋਟੇ ਪੋਤੈ ਨਾ ਪਵੈ, ਤਿਨ ਹਰ ਗੁਰ ਦਰਸ਼ਨ ਹੋਏ। ਖੋਟਿਆਂ ਨੂੰ ਭਲਿਓ ਕੋਈ ਸਾਂਭ ਕੇ ਕੋਲ ਨਹੀਂ ਰੱਖਦਾ। ਰੱਬ ਦੇ ਘਰ ਦੇ ਵਿੱਚ ਵੀ ਖੋਟਿਆਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ, ਉਹਨਾਂ ਨੂੰ ਫਿਰ ਗੁਰੂ ਦੇ ਦਰਸ਼ਨ, ਜਦੋਂ ਘਰ 'ਚ ਐਂਟਰੀ ਨਹੀਂ ਹੋਈ ਤੇ ਭਲਿਆ ਦਰਸ਼ਨ ਕਿੱਥੋਂ ਹੋਣਗੇ। ਦਰਸ਼ਨ ਨਹੀਂ ਹੁੰਦੇ ਉਹਨਾਂ ਨੂੰ ਗੁਰੂ ਦੇ, ਰੱਬ ਦੇ, ਪਰਮਾਤਮਾ ਦੇ, ਆਪਣੇ ਪ੍ਰੀਤਮ ਦੇ, ਆਪਣੇ ਪਰਮੇਸ਼ਵਰ ਦੇ। ਇਹ ਦਰਸ਼ਨ ਉਹਨਾਂ ਨੂੰ ਨਹੀਂ ਹੁੰਦੇ। ਖੋਟੇ ਪੋਤੇ ਨਾ ਪਵੇਂ, ਤਿਨ ਹਰ ਗੁਰ ਦਰਸ਼ਨ ਹੋਏ। ਕਿਉਂਕਿ ਖੋਟੇ ਦਾ ਜੀਵਨ ਕਿਹੋ ਜਿਹਾ ਬਣ ਜਾਂਦਾ, ਖੋਟੈ ਜਾਤ ਨਾ ਪਤ ਹੈ, ਖੋਟ ਨ ਸੀਜਸ ਕੋਏ। ਖੋਟੇ ਦੀ ਨਾ ਤੇ ਕੋਈ ਜਾਤ ਹੁੰਦੀ ਹੈ, ਤੇ ਨਾ ਕਿਤੇ ਇੱਜ਼ਤ ਹੁੰਦੀ ਹੈ, ਤੇ ਨਾ ਹੀ ਖੋਟੇ ਨੂੰ ਕੋਈ ਆਪਣੇ ਕੋਲ ਬਿਠਾਉਂਦਾ। ਖੋਟ ਨ ਸੀਜਸ ਕੋਏ, ਆਪਣੇ ਕੋਲ ਜਮਾ ਵੀ ਨਹੀਂ ਉਸਨੂੰ ਕਰਦਾ, ਆਪਣੇ ਕੋਲ ਵੀ ਨਹੀਂ ਉਸਨੂੰ ਆਣ ਦਿੰਦਾ। ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਖੋਟੇ ਦਾ ਜੀਵਨ ਇਹੋ ਜਿਹਾ ਬਣ ਜਾਂਦਾ, ਕਿਉਂਕਿ ਉਹਦਾ ਸੁਭਾਅ ਹੀ ਇਹੋ ਜਿਹਾ ਹੁੰਦਾ, ਖੋਟੇ ਖੋਟ ਕਮਾਵਨਾ, ਆਏ ਗਿਆ ਪਤ ਖੋਏ। ਖੋਟੇ ਨੇ ਆਪਣਾ ਸੁਭਾਅ ਬਣਾ ਲਿਆ ਕਿ ਜਿੱਥੇ ਵੀ ਦੇਖੋ, ਮਾੜਾ ਕਰਮ ਕਰਨ ਵਾਲਾ ਬੰਦਾ ਜਿਹੜਾ ਹੁੰਦਾ ਹੈ ਨਾ, ਉਹ ਹਰ ਜਗ੍ਹਾ ਜਾ ਕੇ ਮਾੜਾ ਹੀ ਜੀਵਨ ਲੱਭਣ ਦੀ ਕੋਸ਼ਿਸ਼ ਕਰੇਗਾ। ਮੈਂ ਅਕਸਰ ਇੱਕ ਗਾਥਾ ਸਾਂਝੀ ਕਰਦਾ ਕਿ ਕੋਈ ਅਗਰ ਵਧੀਆ ਇੱਕ ਦੀਵਾਰ ਦੇ ਉੱਤੇ ਪੇਂਟਿੰਗ ਬਣੀ ਹੋਈ ਸੀ, ਤੇ ਉਸ ਦੀਵਾਰ ਤੇ ਜਦੋਂ ਬੜੀ ਖੂਬਸੂਰਤ ਪੇਂਟਰ ਨੇ ਪੇਂਟਿੰਗ ਬਣਾਈ, ਉਹਦੇ ਵਿੱਚ ਝਰਨੇ, ਉਹਦੇ ਵਿੱਚ ਬੜੇ ਖੂਬਸੂਰਤ ਹਰਿਆਲੀ, ਉਹਦੇ ਵਿੱਚ ਅੱਛੇ ਸੁੰਦਰ ਘਰ ਵੀ ਉਹਨਾਂ ਨੇ ਬਣਾ ਦਿੱਤੇ। ਤੇ
ਜਿਹੜਾ ਦੇਖਦਾ ਸੀ ਬੜਾ ਮਨਮੋਹਕ ਨਜ਼ਾਰਾ ਉਹਨਾਂ ਨੂੰ ਨਜ਼ਰ ਆ ਰਿਹਾ ਸੀ। ਪਰ ਕੀ ਹੋਇਆ, ਉਹ ਅੱਗੇ ਜਾ ਕੇ ਇਹ ਉਹਦੇ ਵਿੱਚ ਦੇਖਦਾ ਹੈ ਕਿ ਇੱਕ ਕੀੜੀ ਉਸ ਤੇ ਘੁੰਮ ਰਹੀ ਹੈ। ਕੀੜੀ ਨੂੰ ਖੂਬਸੂਰਤੀ ਨਾਲ ਕੋਈ ਮਤਲਬ ਨਹੀਂ ਸੀ, ਉਹਦੇ 'ਚ ਖੁੱਡ ਲੱਭਣਾ ਚਾਹੁੰਦੀ ਸੀ। ਕਈ ਵਾਰ ਮਨੁੱਖ ਵੀ ਇਹੋ ਜਿਹੀਆਂ ਖੁੱਡਾਂ ਹੀ ਲੱਭ ਰਿਹਾ ਹੁੰਦਾ, ਕਿਉਂਕਿ ਸੁਭਾਅ ਅੰਦਰੋਂ ਖੋਟਾ ਹੋ ਗਿਆ। ਸਤਿਗੁਰੂ ਜੀ ਕਹਿੰਦੇ ਖੋਟੇ ਖੋਟ ਕਮਾਵਣਾ, ਆਏ ਗਿਆ ਪਤ ਖੋਏ। ਇਹ ਸੁਭਾਅ ਬਣਿਆ ਹੁੰਦਾ, ਜੀਵਨ ਦੇ ਵਿੱਚ ਆਉਂਦਾ, ਚਲਾ ਜਾਂਦਾ, ਆਵਾਗਮਨ ਦੇ ਵਿੱਚ ਪਿਆ ਰਹਿੰਦਾ, ਪਰ ਖੋਟ ਦੇ ਨਾਲ ਨਾਤਾ ਨਹੀਂ ਤੋੜਦਾ। ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਖੀਰ ਦੇ ਵਿੱਚ ਸਾਂਝ ਪਾਉਂਦੇ ਨੇ ਤੇ ਸਮਝਾਉਣਾ ਕਰਦੇ ਨੇ, ਨਾਨਕ ਮਨ ਸਮਝਾਈਐ ਗੁਰ ਕੈ ਸ਼ਬਦ ਸਲਾਹ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ, ਕਹਿੰਦੇ ਭਲਿਆ ਆਪਣੇ ਮਨ ਨੂੰ ਸਮਝਾ, ਗੁਰੂ ਦੇ ਸ਼ਬਦ ਦੀ ਸਲਾਹਨਾ ਕਰ, ਗੁਰੂ ਦੇ ਸ਼ਬਦ ਦੀ ਸਲਾਹ ਨੂੰ ਮੰਨਿਆ ਕਰ, ਗੁਰੂ ਦੇ ਸ਼ਬਦ ਜੋ ਤੈਨੂੰ ਕਹਿੰਦਾ ਹੈ ਨਾ ਉਸ ਨੂੰ ਮੰਨਿਆ ਕਰ ਜੀਵਨ ਦੇ ਵਿੱਚ। ਨਾਨਕ ਮਨ ਸਮਝਾਈਐ ਗੁਰ ਕੈ ਸ਼ਬਦ ਸਲਾਹ। ਤੇ ਫਿਰ ਕੀ ਹੁੰਦਾ, ਮਨ ਦੇ ਉੱਤੇ ਜੇ ਮਨ ਨੇ ਗੁਰੂ ਦੀ ਸਲਾਹ ਮੰਨ ਲਈ, ਉਹਨੂੰ ਸਲਾਹਨਾ ਕਰ ਦਿੱਤਾ, ਕਰਨਾ ਸ਼ੁਰੂ ਕਰ ਦਿੱਤਾ, ਰਾਮ ਨਾਮ ਰੰਗ ਰਤਿਆਂ ਭਾਰ ਨਾ ਭਰਮ ਤਿਨਾਹ। ਫਿਰ ਭਾਰ ਜ਼ਿੰਦਗੀ ਜੀਣਾ, ਇੱਕ ਜਿਹਨੂੰ ਬੋਝ ਕਹਿੰਦੇ ਨਾ, ਉਹ ਵੀ ਉਤਰ ਜਾਂਦਾ ਤੇ ਭੁਲੇਖੇ ਵੀ ਦੂਰ ਹੋ ਜਾਂਦੇ ਨੇ ਕਿ ਰੱਬ ਤੋਂ ਬਿਨਾਂ ਵੀ ਕੋਈ ਹੋਰ ਹੈ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਇਹ ਗਿਆਨ ਹੋ ਜਾਂਦਾ ਮਨੁੱਖ ਨੂੰ, ਇਹ ਸਮਝ ਆ ਜਾਂਦੀ ਕਿ ਉਹ ਰੱਬ ਪਰਮਾਤਮਾ ਪਰਮੇਸ਼ਵਰ ਇੱਕ ਹੈ। ਉਹ ਓਹਾਨੀ ਕਦੇ ਨਾ ਹੀ ਨਾ ਆਵੇ ਨਾ ਜਾਏ, ਨਾ ਉਹ ਮਰਦਾ ਨਾ ਉਹ ਜਿਉਂਦਾ, ਉਹ ਕਦੇ ਵੀ ਖਤਮ ਹੋਣ ਵਾਲਾ ਨਹੀਂ ਹੈ, ਇੱਕ ਰਸ ਵਿਆਪਕ ਸਦੀਵ ਹੈ। ਉਸ ਦੀ ਸਮਝ ਆ ਜਾਂਦੀ, ਉਸ ਦਾ ਗਿਆਨ ਹੋ ਜਾਂਦਾ, ਕਿਉਂਕਿ ਰਾਮ ਦਾ ਨਾਮ ਦਾ ਰੰਗ ਮਨੁੱਖ ਦੇ ਮਨ ਉੱਤੇ ਚੜ ਗਿਆ। ਰਾਮ ਨਾਮ ਰੰਗ ਰਤਿਆਂ ਭਾਰ ਨਾ ਭਰਮ ਤਿਨਾਹ। ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ, ਹਰ ਜਪ ਲਾਹਾ ਅਗਲਾ ਨਿਰਭਉ ਹਰ ਮਨ ਮਾਹੇ। ਇਹ ਹੈ ਅਸਲ ਦੇ ਵਿੱਚ ਹਰੀ ਦੇ ਨਾਮ ਨੂੰ ਜਪਣ ਦਾ ਲਾਹਾ, ਜਿਹੜਾ ਸਾਡੇ ਜੀਵਨ ਦੇ ਕਦਮ ਕਦਮ ਦੇ ਉੱਤੇ ਸਾਡੇ ਨਾਲ ਤੁਰਦਾ, ਜਿਹਦਾ ਸਾਨੂੰ ਬੈਨੀਫਿਟ ਹੁੰਦਾ। ਸੋ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਇਹ ਸ਼ਬਦ, ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਬਖਰ ਲੈ ਚਲੋ ਸ਼ਹਿ ਦੇਖੇ ਪਤਿਆਏ। ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਅਤੇ ਸੰਗਤ ਬਖਸ਼ਣਯੋਗ ਹੈ, ਬਖਸ਼ੇਗੀ। ਇੱਕ ਬਾਣੀ ਚੈਨਲ ਦਾ ਵਿਸ਼ੇਸ਼ ਤੌਰ ਦੇ ਉੱਤੇ ਇਹ ਲਾਈਵ ਕਰਨਾ, ਇਹ ਘਰੋਂ ਘਰੀ ਬੈਠੀ ਸੰਗਤ ਤੱਕ ਸ਼ਬਦ ਦੀ ਵਿਚਾਰ ਪਹੁੰਚਾਣੀ, ਬਹੁਤ ਬਹੁਤ ਧੰਨਵਾਦ। ਇਤਨੀ ਕੁ ਬੇਨਤੀ, ਇਤਨੀ ਕੁ ਸੇਵਾ ਪ੍ਰਵਾਨ ਕਰਨੀ। ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।